ਚੋਪਈ ਭਾਨੂ ਭਗਤ ਗੁਰੂ ਸਿੱਖ ਪਾਰਾ करे शब्द को सदा विचारा जो बिच अर्थ सो आप कमावे पुण्य अपरन उपदेश सुनावे। वाहिगुरु जी का खालसा वाहिगुरु जी की फतेह। जुगो जुग अटल दीना बंधु सर्ब सांझी वालता दे सांझे रहबर कल युगी जीवां दे उधार करता सतगुरु श्री गुरु ग्रंथ साहिब जी महाराज जी दी पवित्र छत्र छाया हेठ जुड़ बैठी परम सत्कार ते सन्मान योग गुरु का खास रूप गुरु खालसा साध संगत जीओ धनता दे पात्र हो। तिलक जंजू दे राखे धर्म धुरंधर धर्म रक्षक सतगुरु श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते संध्या वेले दे सजे दीवाना च हाजरियां भर के एकत्र हो के अपने जीवन नूं सफला बना रहे हो। ਅੱਜ ਦੇ ਦਿਨ ਭਾਰਤੀ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜੂਨ 1984 ਨੂੰ ਚੜ੍ਹ ਕੇ ਆਈਆਂ ਹਮਲਾਵਰ ਹੋ ਕੇ ਧਰਮ ਸਥਾਨ ਤੇ ਉਸ ਪਵਿੱਤਰ ਧਰਮ ਸਥਾਨ ਤੇ ਜਿੱਥੇ ਸੰਸਾਰ ਦੀ ਸਾਰੀ ਮਨੁੱਖਤਾ ਦੇ ਭਲੇ ਦੀ ਨਿਤ ਅਰਦਾਸ ਕੀਤੀ ਜਾਂਦੀ ਔਰ सैकड़े गुरसिख इस घल्लूघारे के दौरान शहादत के जाम नूं प्राप्त होए। अज गुरुद्वारा श्री दुख निवारण साहब विखे अमर संचार हाल विच उन्हां समूह शहीदां दी शहादत नूं याद करदिआं तुरकी बाणी अकाली बाणी दे श्री अखंड पाठ साहब सवेरे प्रारंभ किए गए ने जिन्हां दी समाप्ति परसों 6 जून नूं सवेरे 9:30 बजे अमृत संचार भवन विच अमृत संचार हाल विच होवेगी। उपरंत 11 बजे तक दीवान सजणगे। आप सरबत संगतां ने परसों दे उन्हां समागमां विच भी हाजरियां भरनियां और उन्हां समूह शहीदां नूं अपनी श्रद्धांजलि अपना अकीदा भेंट करना। लड़ीवार इतिहास की कथा चल रही है श्री गुरु प्रताप सूरज ग्रंथ की। गुरु अर्जन देव साहब पंजवें पातशाह अपने सिखां नूं उपदेश दे रहे हैं। भाई मनी सिंह जी वालों लिखी गई पुस्तक सिखां दी भगत माला ਉਹਦੇ आधार ते महाकवि भाई संतोख सिंह जी ने कथा लिखी और भाई मनी सिंह जी ने जिहड़ी ये पुस्तक लिखी है सिखां दी भगत माला भाई गुरदास जी की 11वीं वार का टीका किया है। पहले पातशाह तो लैके 6वें पातशाह तक गुरु घर दे कुछ 94 सिखां दी वारता इस इतिहास दे विच चल रही है। पंजवें पातशाह गुरु अर्जन देव साहब दे चरणां च सिख आ रहे ने। आओ मन बिरतियां एकाग्र करके गरीब नवाज पातशाह जी दा पावन पवित्र इतिहास ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਹਾਜ਼ਰੀ ਦਿਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਚੌਪਈ ਭਾਨੂ ਭਗਤ ਗੁਰੂ ਸਿੱਖ ਪਾਰਾ। ਭਾਈ ਭਾਨੂ ਜੀ ਜੋ ਮਹਾਨ ਭਗਤ ਨੇ ਔਰ ਗੁਰੂ ਘਰ ਦੇ ਮਹਾਨ ਸੇਵਕ ਤੇ ਸਿੱਖ ਹਨ। ਕਰੇ ਸ਼ਬਦ ਕੋ ਸਦਾ ਵਿਚਾਰਾ। ਭਾਈ ਭਾਨੂ ਜੀ ਹਰ ਵੇਲੇ ਗੁਰਬਾਣੀ ਦੀ ਗੁਰ ਸ਼ਬਦ ਦੀ ਵਿਚਾਰ ਕਰਦੇ ਹਨ। ਜੋ ਵਿੱਚ ਅਰਥ ਸੋ ਆਪ ਕਮਾਵੇ। ਗੁਰਬਾਣੀ ਦੀ ਵਿਚਾਰ ਕਰਕੇ ਗੁਰਬਾਣੀ ਦੇ ਅੰਦਰ ਜਿਹੜੇ ਅਰਥ ਭਾਵ ਹੁੰਦੇ ਨੇ ਉਹਨਾਂ ਦੇ ਮੁਤਾਬਕ ਫਿਰ ਭਾਈ ਭਾਨੂ ਜੀ ਆਪਣੇ ਜੀਵਨ ਨੂੰ ਢਾਲਦੇ ਨੇ, ਉਹਨਾਂ ਅਰਥਾਂ ਦੇ ਮੁਤਾਬਕ ਆਪਣਾ ਜੀਵਨ ਕਮਾਉਂਦੇ ਹਨ। ਪੁਨ ਅਪਰਨ ਉਪਦੇਸ਼ ਸੁਨਾਵੇ। ਗੁਰਬਾਣੀ ਜੋ ਕਹਿੰਦੀ ਆ ਉਹਨੂੰ ਆਪ ਕਮਾ ਕੇ ਫਿਰ ਹੋਰਾਂ ਨੂੰ ਉਪਦੇਸ਼ ਦਿੰਦੇ ਭਾਈ ਭਾਨੂ ਜੀ, ਹੋਰਨਾਂ ਪ੍ਰਤੀ ਉਪਦੇਸ਼ ਸੁਣਾਉਂਦੇ ਹਨ। ਤਿਸ ਕੀ ਰਸਨਾ ਤੇ ਜੋ ਸੁਨੇ। ਭਾਈ ਭਾਨੂ ਜੀ ਇਹੋ ਜਿਹੇ ਮਹਾਨ ਸਿੱਖ ਨੇ ਕਿ ਜਿੱਥੇ ਆਪ ਗੁਰਬਾਣੀ ਦੀ ਵਿਚਾਰ ਕਰਕੇ ਉਹਦੀ ਕਮਾਈ ਕਰਦੇ ਨੇ ਔਰ ਫਿਰ ਜਦੋਂ ਸੰਗਤ ਨੂੰ ਹੋਰ ਸਿੱਖਾਂ ਨੂੰ ਆਪਣੀ ਰਸਨਾ ਤੋਂ ਗੁਰਬਾਣੀ ਦੇ ਅਰਥ ਕਰਕੇ ਸੁਣਾਉਂਦੇ ਹਨ। ਭਾਉ ਭਗਤ ਉਪਜੇ ਮਨ ਗੁਨੇ। ਜਿਹੜਾ ਵੀ ਸਿੱਖ ਇਹਨਾਂ ਦੀ ਰਸਨਾ ਤੋਂ ਗੁਰਬਾਣੀ ਸੁਣਦਾ ਜਾਂ ਗੁਰਬਾਣੀ ਦੇ ਅਰਥ ਸੁਣਦਾ ਹੈ ਉਹ ਸੁਣਨ ਵਾਲਿਆਂ ਦੇ ਅੰਦਰ ਵੀ ਪ੍ਰੇਮਾ ਭਾਵ ਪੈਦਾ ਹੋ ਜਾਂਦਾ ਹੈ। ਉਹਨਾਂ ਦੇ ਮਨ ਵਿੱਚ ਵੀ ਪ੍ਰਮਾਤਮਾ ਦੇ ਨਾਮ ਦੇ ਰੰਗਣ ਚੜ ਜਾਂਦੀ ਹੈ। ਸ਼੍ਰੀ ਅਰਜਨ ਟਿਕ ਕਿਨੋ ਬਖਾਨਾ। ਕਿਸੇ ਸਿੱਖ ਨੇ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ। ਪੁਰ ਮੋਹ ਜੰਗ ਬਸੇ ਅਨਜਾਨਾ। ਕਹਿਣ ਲੱਗੇ ਮਹਾਰਾਜ ਮੁਜੰਗਾ ਨਗਰ ਹੈ, ਹੁਣ ਤਾਂ ਲਾਹੌਰ ਸ਼ਹਿਰ ਦੇ ਵਿੱਚ ਆ ਗਿਆ, ਪਹਿਲਾਂ ਲਾਹੌਰ ਤੋਂ ਥੋੜਾ ਜਿਹਾ ਵਾਟ ਦੇ ਉੱਤੇ ਨਗਰ ਹੁੰਦਾ ਸੀ, ਇਹਨੂੰ ਮੁਹਜੰਗ ਤੇ ਹੁਣ ਮੁਜੰਗਾ ਕਹਿੰਦੇ ਨੇ। ਹੁਣ ਤਾਂ ਉੱਥੇ ਮਹੱਲਾ ਬਣ ਕੇ ਰਹਿ ਗਿਆ ਮੁਜੰਗਾ ਵਾਲਾ ਮਹੱਲਾ, ਪਹਿਲਾਂ ਇਹ ਵੱਖਰਾ ਨਗਰ ਸੀ। ਮੁਜੰਗਾ ਦੇ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸਕ ਸਥਾਨ ਵੀ ਹੈ, ਉੱਥੇ ਮਹਾਰਾਜ ਜੀ ਨੇ ਚਰਨ ਪਾਏ ਸਨ ਲਾਹੌਰ ਸ਼ਹਿਰ ਦੇ ਅੰਦਰ। ਤੋਂ ਮੁਜੰਗੀ ਨਗਰ ਵੀ ਕਹਿ ਦਿੰਦੇ। ਉਸ ਨਗਰ ਦੇ ਵਿੱਚ ਭਾਈ ਭਾਨੂ ਜੀ ਰਹਿੰਦੇ ਹਨ। ਮਹਾ ਦੁਸ਼ਟ ਗੁਰ ਨਿੰਦਾ ਕਰੇ। ਉੱਥੇ ਕਈ ਕੁਝ ਦੁਸ਼ਟ ਵੀ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਦੀ ਨਿੰਦਾ ਕਰਦੇ ਨੇ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਭਾਂਤ-ਭਾਂਤ ਦੇ ਪ੍ਰਾਣੀ ਨੇ। ਸੂਰਜ ਚੜ੍ਹਦਿਆਂ ਜਿੱਥੇ ਹਜ਼ਾਰਾਂ ਲੋਕ ਖਿੜ ਜਾਂਦੇ ਖੁਸ਼ ਹੋ ਜਾਂਦੇ ਨੇ, ਉੱਥੇ ਉੱਲੂ ਤੇ ਚਮਗਿੱਦੜਾਂ ਨੂੰ ਰੋਣਾ ਪੈ ਜਾਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਦੇ ਨੇ ਕੁਝ ਲੋਕ ਜਿਹੜੇ ਮੁਜੰਗਾਂ ਵਿੱਚ ਰਹਿੰਦੇ ਹਨ। ਸਿੱਖਨ ਗਨ ਕੋ ਤਰਕਨ ਧਰੇ। ਉਹ ਸਿੱਖ ਨੇ ਆਣ ਕੇ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਉੱਥੇ ਮੁਜੰਗਾ ਨਗਰ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਕੁਝ ਲੋਕ ਗੁਰੂ ਘਰ ਦੀ ਨਿੰਦਾ ਕਰਦੇ ਨੇ ਔਰ ਜਿਹੜੇ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ ਉਹਨਾਂ ਸਿੱਖਾਂ ਦੇ ਉੱਤੇ ਉਹ ਤਰਕ ਕਰਦੇ ਹਨ। ਸ਼੍ਰੀ ਮੁਖ ਤੇ ਭਾਨੂ ਸੰਗ ਭਾਖਾ। ਜਦੋਂ ਮਹਾਰਾਜ ਜੀ ਨੇ ਇਹ ਗੱਲ ਸੁਣੀ ਤੇ ਸਤਿਗੁਰਾਂ ਨੇ ਭਾਈ ਭਾਨੂ ਜੀ ਨੂੰ ਆਪਣੇ ਕੋਲ ਸੱਦਿਆ, ਜੋ ਗੁਰਬਾਣੀ ਦੇ ਬੜੇ ਮਹਾਨ ਕਥਾਕਾਰ ਸਨ ਔਰ ਬੜੇ ਸੁਚੱਜੇ ਢੰਗ ਨਾਲ ਗੁਰਬਾਣੀ ਦੇ ਅਰਥ ਸੰਗਤ ਨੂੰ ਸਰਵਣ ਕਰਾਉਂਦੇ ਸਨ। ਮਹਾਰਾਜ ਜੀ ਨੇ ਭਾਈ ਭਾਨੂ ਜੀ ਨੂੰ ਆਪਣੇ ਕੋਲ ਬੁਲਾਇਆ। ਮੋਹ ਜੰਗੀ ਗਮਨੋ ਤਰ ਕਾਂਖਾ। ਮਹਾਰਾਜ ਜੀ ਨੇ ਆਖਿਆ ਭਾਈ ਭਾਨੂ ਜੀ ਏਦਾਂ ਕਰੋ, ਤੁਸੀਂ ਇਹ ਸਿੱਖ ਦੇ ਨਾਲ ਮੁਜੰਗਾ ਨਗਰ ਚਲੇ ਜਾਓ। ਨਰਗਨ ਕੋ ਗੁਰਮਤ ਸਿਖਰਾਵੋ। ਉੱਥੇ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਗੁਰਮਤ ਸਿਖਾਓ, ਉਹਨਾਂ ਨੂੰ ਗੁਰਮਤ ਦੀ ਰਹਿਣੀ ਬਹਿਣੀ ਸਹਿਣੀ ਕਹਿਣੀ ਇਹ ਜਾ ਕੇ ਉਹਨਾਂ ਲੋਕਾਂ ਨੂੰ ਸਮਝਾਓ। ਨਰਕ ਪਰਨ ਤੇ ਜਾਏ ਬਚਾਵੋ। ਕਿਉਂਕਿ ਜਿਹੋ ਜੀ ਹਾਲਤ ਆ ਉਹਨਾਂ ਮੁਜੰਗਾਂ ਦੇ ਨਗਰ ਦੇ ਲੋਕਾਂ ਦੀ, ਉਹ ਆਪਣੇ ਕਰਮਾਂ ਕਰਕੇ ਕਿਤੇ ਨਰਕਾਂ 'ਚ ਨਾ ਚਲੇ ਜਾਣ। ਭਾਈ ਭਾਨੂ ਜੀ ਤੁਸੀਂ ਜਾਓ, ਉੱਥੇ ਜਾ ਕੇ ਉਹਨਾਂ ਨੂੰ ਗੁਰਮਤਿ ਸਿਖਾਓ ਔਰ ਉਹਨਾਂ ਨੂੰ ਨਰਕਾਂ ਵਿੱਚ ਪੈਣ ਤੋਂ ਬਚਾ ਲਵੋ। ਸੁਨ ਆਗਿਆ ਗੁਰ ਕੀ ਤਬ ਗਇਓ। ਮਹਾਰਾਜ ਜੀ ਦੀ ਆਗਿਆ ਸੁਣ ਕੇ ਭਾਈ ਭਾਨੂ ਜੀ
ਉਸੇ ਵਕਤ ਤੇ ਸਿੱਖ ਦੇ ਨਾਲ ਮੁਜੰਗਾ ਗਏ ਹਨ। ਸ਼ਬਦ ਵਿਚਾਰ ਸੁਨਾਵਤ ਭਇਓ। ਉੱਥੇ ਜਾ ਕੇ ਮੁਜੰਗਾ ਨਗਰ ਵਿੱਚ ਭਾਈ ਭਾਨੂ ਜੀ ਨੇ ਕਥਾ ਦੇ ਸਮਾਗਮ ਪ੍ਰਾਰੰਭੇ ਔਰ ਗੁਰਬਾਣੀ ਦੇ ਅਰਥ ਗੁਰਬਾਣੀ ਦੀ ਵਿਚਾਰ ਉਹ ਸੰਗਤ ਨੂੰ ਸਰਵਣ ਕਰਾਈ। ਕ੍ਰਿਸ਼ਨਾ ਸੇਠੀ ਹੋਤੋ ਸੰਗੀਣਾ। ਭਾਈ ਕ੍ਰਿਸ਼ਨਾ ਸੇਠੀ ਭਾਈ ਸੰਗੀਣਾ ਸੁਨ ਗੁਰਮਤ ਕੋ ਭਇਓ ਪ੍ਰਵੀਣਾ। ਇਹ ਵੀ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਨੂੰ ਸਿੱਖ ਕੇ ਪ੍ਰਵੀਨ ਸਿੱਖ ਹੋ ਗਏ। ਸੁਤ ਬਨਤਾ ਜੁਤ ਪਾਓ ਤਰੰਤੇ। ਆਪਣੇ ਪੁੱਤਰ ਘਰ ਵਾਲੀ ਤੇ ਟੱਬਰ ਸਮੇਤ ਹੁਣ ਗੁਰੂ ਸਾਹਿਬ ਜੀ ਦੇ ਉੱਤੇ ਇਹ ਭਾਵਨਾ ਧਾਰਨ ਕਰਦੇ ਹਨ। ਭਾਨੂ ਕੀ ਸਭ ਸੇਵ ਕਰੰਤੇ। ਔਰ ਭਾਈ ਭਾਨੂ ਜੀ ਦੀ ਸੇਵਾ ਕਰਦੇ ਨੇ। ਭਾਈ ਭਾਨੂ ਜੀ ਕੋਲੋਂ ਗੁਰਮਤਿ ਸਿੱਖ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ ਇਹਨਾਂ ਨੇ ਭਾਈ ਰਾਮਾ ਸੇਠੀ ਜੀ ਭਾਈ ਸੰਗੀਣਾ ਜੀ ਨੇ। ਔਰ ਭਾਈ ਭਾਨੂ ਜੀ ਦੀ ਇਹ ਸੇਵਾ ਟਹਿਲ ਕਰਦੇ ਨੇ। ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣ ਦੀ ਸੇਵਾ ਇਹੀ ਪਰਿਵਾਰ ਕਰਦੇ ਹਨ। ਹੋਤ ਪ੍ਰਭਾਤ ਸ਼ਬਦ ਕੀ ਕਥਾ। ਜਦੋਂ ਸਵੇਰ ਹੁੰਦੀ ਹੈ ਸਵੇਰ ਦੇ ਸਮੇਂ ਥੋੜੀ ਜਿਹੀ ਜਦੋਂ ਲੋ ਲੱਗਦੀ ਹੈ ਉਦੋਂ ਭਾਈ ਭਾਨੂ ਜੀ ਰੋਜ਼ ਗੁਰਬਾਣੀ ਦੀ ਕਥਾ ਸਰਵਣ ਕਰਾਉਂਦੇ ਸੰਗਤ ਨੂੰ। ਰੋਜ਼ ਕਥਾ ਕਰਦੇ ਨੇ। ਪਹਿਲਾਂ ਤਾਂ ਥੋੜੇ ਜਿਹੇ ਸਰੀਰ ਜੁੜਦੇ ਸਨ। ਸਹਿਜੇ ਸਹਿਜੇ ਬਹੁਤ ਸਾਰੀ ਸੰਗਤ ਆਉਣ ਲੱਗ ਪਈ ਔਰ ਉਹਨਾਂ ਸਾਰਿਆਂ ਨੂੰ ਭਾਈ ਭਾਨੂ ਜੀ ਗੁਰਬਾਣੀ ਦੀ ਕਥਾ ਸਰਵਣ ਕਰਾਉਂਦੇ ਹਨ। ਪੁਨ ਸੰਧਿਆ ਕੋ ਕਰਹੀ ਤਥਾ। ਇਸੇ ਤਰ੍ਹਾਂ ਸ਼ਾਮ ਦੇ ਵੇਲੇ ਵੀ ਭਾਈ ਭਾਨੂ ਜੀ ਕਥਾ ਸੰਗਤ ਨੂੰ ਸਰਵਣ ਕਰਾਉਂਦੇ ਹਨ। ਬਹੁਰ ਕੀਰਤਨ ਮਿਲ ਸਭ ਕਰੇ। ਸਾਰੀ ਸੰਗਤ ਰਲ ਕੇ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੀ ਹੈ। ਸਤਿਗੁਰ ਮੈਂ ਪੁਨ ਸ਼ਰਧਾ ਧਰੇ। ਔਰ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉੱਤੇ ਸਾਰੀ ਸੰਗਤ ਸ਼ਰਧਾ ਤੇ ਭਾਵਨਾ ਧਾਰਨ ਕਰਦੀ ਹੈ। ਇੱਕ ਭਾਨੂ ਕੇ ਗਮਨੇ ਤਹਾਂ। ਇੱਕ ਭਾਈ ਭਾਨੂ ਜੀ ਦੇ ਮੁਜੰਗਾ ਨਗਰ ਵਿੱਚ ਜਾਣ ਕਰਕੇ ਸਤ ਸੰਗਤ ਹੋਈ ਸ਼ੁਭ ਮਹਾ। ਸਾਰੇ ਨਗਰ ਦੇ ਵਿੱਚ ਸਤ ਸੰਗਤ ਹੋਣ ਲੱਗ ਪਈ। ਕਥਾ ਕੀਰਤਨ ਦੇ ਪ੍ਰਵਾਹ ਚੱਲ ਪਏ। ਬਾਟ ਅਤਿਥੀਆਂ ਕਰੇ ਆਹਾਰਾ। ਭਾਈ ਭਾਨੂ ਜੀ ਦੇ ਕੋਲ ਜਿਹੜਾ ਲੰਗਰ ਪ੍ਰਸ਼ਾਦ ਆਉਂਦਾ ਉਹ ਸਾਰਿਆਂ ਵਿੱਚ ਵੰਡ ਦਿੰਦੇ ਨੇ। ਬਚਿਆ ਹੋਇਆ ਫਿਰ ਆਪ ਛਕਦੇ ਨੇ। ਇਹੀ ਸੰਗਤ ਨੂੰ ਉਪਦੇਸ਼ ਦਿੰਦੇ ਹਨ। ਸਤ ਨਾਮ ਕੋ ਸਿਮਰਨ ਤਾਰਾ। ਸੱਚੇ ਨਾਮ ਦਾ ਸਿਮਰਨ ਸਾਰੀ ਸੰਗਤ ਨੂੰ ਭਾਈ ਭਾਨੂ ਜੀ ਕਰਾਉਂਦੇ ਹਨ। ਲਵਪੁਰ ਮੈਂ ਲੱਦਾ ਉਪਕਾਰੀ। ਇਸੇ ਤਰ੍ਹਾਂ ਮੁਜੰਗਾ ਦੇ ਨੇੜੇ ਲਾਹੌਰ ਸ਼ਹਿਰ ਹੈ। ਲਾਹੌਰ ਸ਼ਹਿਰ ਵਿੱਚ ਇੱਕ ਗੁਰੂ ਘਰ ਦੇ ਮਹਾਨ ਸਿੱਖ ਹੋਏ ਨੇ ਭਾਈ ਲੱਦਾ ਪਰਉਪਕਾਰੀ। ਇਹਨੂੰ ਲੱਦਾ ਉਪਕਾਰੀ ਕਹਿੰਦੇ ਹਨ। ਭਾਈ ਸੱਤੇ ਬਲਵੰਡ ਨੂੰ ਬਖਸ਼ਾਉਣ ਵਾਲੇ ਵੀ ਭਾਈ ਲੱਦਾ ਜੀ ਸਨ। ਉਦੋਂ ਦਾ ਇਹਨਾਂ ਦਾ ਨਾਂ ਹੀ ਲੱਦਾ ਉਪਕਾਰੀ ਪੈ ਗਿਆ। ਲਾਹੌਰ ਸ਼ਹਿਰ ਵਿੱਚ ਭਾਈ ਲੱਦਾ ਪਰਉਪਕਾਰੀ ਜੀ ਰਹਿੰਦੇ ਹਨ। ਪਾਓ ਭਗਤ ਜਿਨ ਬਹੁ ਔਰ ਤਾਰੀ। ਜਿਨ੍ਹਾਂ ਨੇ ਆਪਣੇ ਹਿਰਦੇ 'ਚ ਪ੍ਰੇਮਾ ਭਗਤੀ ਧਾਰਨ ਕੀਤੀ ਹੋਈ ਹੈ। ਬੁੱਧੂ ਕੇਰ ਪਜਾਵਾ ਕਾਚੋ। ਜਦੋਂ ਭਾਈ ਬੁੱਧੂ ਨੇ ਆਵਾ ਲਾਇਆ ਸੀ ਇੱਟਾਂ ਦਾ ਤੇ ਭਾਈ ਬੁੱਧੂ ਦਾ ਆਵਾ ਕੱਚਾ ਰਹਿ ਗਿਆ ਸੀ। ਦਰ ਪਰ ਲੱਖੂ ਸਰਾਪ ਉਬਾਚੋ। ਉਹ ਕਿਉਂ ਕੱਚਾ ਰਿਹਾ ਸੀ? ਕਿਉਂਕਿ ਭਾਈ ਲੱਖੂ ਨੇ ਬਚਨ ਕੀਤਾ ਸੀ ਕਿ ਬੁੱਧੂ ਦਾ ਆਵਾ ਕੱਚਾ। ਭਾਈ ਲੱਖੂ ਦੇ ਬਚਨ ਕਰਕੇ ਭਾਈ ਬੁੱਧੂ ਦਾ ਇੱਟਾਂ ਦਾ ਜਿੰਨਾ ਪਜਾਵਾ ਸੀ ਉਹ ਕੱਚਾ ਹੋਇਆ। ਪਿੱਲੀਆਂ ਇੱਟਾਂ ਨਿਕਲੀਆਂ। ਸ਼੍ਰੀ ਗੁਰ ਪ੍ਰੇਰਿਓ ਲੱਦਾ ਗਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪ੍ਰੇਰਣਾ ਨਾਲ ਭਾਈ ਲੱਦਾ ਜੀ ਗਏ। ਲੱਖੂ ਕੇ ਪਰਸਨ ਕਰ ਲਿਓ। ਔਰ ਭਾਈ ਲੱਦਾ ਪਰਉਪਕਾਰੀ ਜੀ ਨੇ ਭਾਈ ਬੁੱਧੂ ਨੂੰ ਕਿਹਾ, ਗੁਰੂ ਅਰਜਨ ਦੇਵ ਸਾਹਿਬ ਨੇ ਵੀ ਕਿਹਾ ਕਿ ਤੂੰ ਭਾਈ ਲੱਦੇ ਪਰਉਪਕਾਰੀ ਕੋਲ ਜਾਓ ਤੇ ਭਾਈ ਲੱਖੂ ਨੂੰ ਪ੍ਰਸੰਨ ਕਰੋ। ਕਹਿਓ ਤਿਸੇ ਨਿਜ ਬਾਕ ਹਟਾਵੋ। ਔਰ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਆਪਣਾ ਬਚਨ ਵਾਪਸ ਲੈ ਲੈਣ। ਬੁੱਧੂ ਰਿਣੀ ਆਪ ਲਖ ਪਾਵੋ। ਭਾਈ ਲੱਦੇ ਪਰਉਪਕਾਰੀ ਨੇ ਉਸ ਵਕਤ ਭਾਈ ਬੁੱਧੂ ਦੀ ਸਿਫਾਰਿਸ਼ ਕੀਤੀ ਭਾਈ ਲੱਖੂ ਕੋਲ।
ਭਾਈ ਲੱਖੂ ਨੂੰ ਆਖਿਆ, ਭਾਈ ਲੱਖੂ ਜੀ, ਭਾਈ ਬੁੱਧੂ ਨੇ ਬੜਾ ਭਾਰੀ ਕਰਜ਼ਾ ਚੁੱਕ ਕੇ ਆਪਣੇ ਜੀਵਨ ਦੀ ਸਾਰੀ ਪੂੰਜੀ ਖਰਚ ਕੇ ਇੱਟਾਂ ਦੇ ਪੁਜਾਵੇ ਲਾਏ ਸਨ ਤੇ ਉਹ ਇੱਟਾਂ ਪਿੱਲੀਆਂ ਨਿਕਲੀਆਂ, ਕੱਚੀਆਂ ਨਿਕਲੀਆਂ। ਤੁਹਾਡਾ ਬਚਨ ਹੋਇਆ ਸੀ ਕਿ ਬੁੱਧੂ ਦਾ ਆਵਾ ਕੱਚਾ, ਕਿਰਪਾ ਕਰੋ ਇਹ ਤਾਂ ਕਰਜ਼ੇ ਨਾਲ ਮਾਰਿਆ ਜਾਏਗਾ। ਜੇ ਇੱਟਾਂ ਵਿਕੀਆਂ ਹੀ ਨਾ, ਪਿੱਲੀਆਂ ਇੱਟਾਂ ਨਿਕਲੀਆਂ, ਤੁਸੀਂ ਆਪਣਾ ਬਚਨ ਵਾਪਸ ਲੈ ਲਓ। ਏਦਾਂ ਭਾਈ ਲੱਦੇ ਪਰਉਪਕਾਰੀ ਨੇ ਭਾਈ ਲੱਖੂ ਦੇ ਕੋਲ ਸਿਫਾਰਿਸ਼ ਕੀਤੀ ਭਾਈ ਬੁੱਧੂ ਦੀ। ਪੱਕੇ ਪਜਾਵਾ ਬਰ ਕੋ ਦੀਜੈ। ਤੁਸੀਂ ਬਚਨ ਕਰ ਦਿਓ ਭਾਈ ਲੱਖੂ ਜੀ ਕਿ ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ, ਇਹਦੀਆਂ ਇੱਟਾਂ ਪੱਕ ਜਾਣ। ਕਿਰਪਾ ਕਰੋ ਗੁਰ ਸਿੱਖ ਜਾਨੀ ਜੈ। ਕਿਰਪਾ ਕਰੋ, ਦਇਆ ਕਰੋ, ਇਹ ਵੀ ਗੁਰੂ ਘਰ ਦਾ ਸਿੱਖ ਹੈ, ਇਹਨੂੰ ਗੁਰੂ ਘਰ ਦਾ ਸਿੱਖ ਜਾਣੋ। ਸੁਨ ਲੱਦੇ ਕੇ ਬਚ ਉਪਕਾਰੀ। ਜਦੋਂ ਭਾਈ ਲੱਦੇ ਪਰਉਪਕਾਰੀ ਦੇ ਬਚਨ ਭਾਈ ਲੱਖੂ ਨੇ ਸੁਣੇ, ਸਿੱਖ ਲੱਖੂ ਲੱਖ ਰਿਣ ਦੁਖ ਭਾਰੀ। ਭਾਈ ਲੱਖੂ ਨੇ ਉਸ ਵਕਤ ਵੇਖਿਆ ਕਿ ਸਿੱਖ ਦੇ ਸਿਰ ਤੇ ਵਾਕਈ ਬੜਾ ਭਾਰੀ ਕਰਜ਼ਾ ਹੈ। ਭਾਈ ਬੁੱਧੂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਚੜ ਜਾਏਗਾ ਜੇ ਇੱਟਾਂ ਪਿੱਲੀਆਂ ਨਿਕਲੀਆਂ। ਕਯੋ ਵਾਕ ਸੋ ਪਲਟੈ ਨਾਈ। ਭਾਈ ਲੱਖੂ ਨੇ ਬਚਨ ਕੀਤਾ ਕਿ ਭਾਈ ਲੱਦਾ ਜੀ, ਉਹ ਤਾਂ ਹੁਣ ਬਚਨ ਹੋ ਗਿਆ ਜੋ ਹੋਣਾ ਸੀ, ਉਹ ਤਾਂ ਤੀਰ ਨਿਕਲ ਗਿਆ ਕਮਾਨ ਚੋਂ, ਉਹ ਤਾਂ ਹੁਣ ਪੂਰਾ ਹੋਵੇਗਾ, ਉਹ ਹੁਣ ਨਹੀਂ ਪਲਟਦਾ। ਪਿੱਲੀ ਈਟ ਤਾਏ ਬਿਕ ਜਾਈ। ਚਲੋ ਏਦਾਂ ਜ਼ਰੂਰ ਹੈ ਕਿ ਭਾਈ ਬੁੱਧੂ ਦੀਆਂ ਇੱਟਾਂ ਪਿੱਲੀਆਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਪੰਜਵੇਂ ਪਾਤਸ਼ਾਹ ਨੇ ਵੀ ਇਹ ਬਚਨ ਕੀਤਾ ਸੀ ਕਿ ਅਸੀਂ ਆਪਣੇ ਸਿੱਖ ਦਾ ਬਚਨ ਨਹੀਂ ਪਲਟਾ ਸਕਦੇ। ਤੇ ਜਦੋਂ ਭਾਈ ਲੱਦਾ ਪਰਉਪਕਾਰੀ ਜੀ ਨੇ ਲੱਖੂ ਨੂੰ ਨਾਲ ਲਿਜਾ ਕੇ ਬੇਨਤੀ ਕੀਤੀ ਭਾਈ ਲੱਖੂ ਕੋਲ ਭਾਈ ਬੁੱਧੂ ਵੱਲੋਂ, ਉਦੋਂ ਭਾਈ ਲੱਖੂ ਜੀ ਨੇ ਇਹੀ ਕਿਹਾ ਵੀ ਜਿਹੜਾ ਬਚਨ ਹੋ ਗਿਆ ਹੁਣ ਉਹ ਨਹੀਂ ਪਲਟਣਾ। ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਜਿਮ ਪਾਕੀ ਤੇ ਧਨ ਕੋ ਪਾਵੇਂ। ਜਿਵੇਂ ਪੱਕੀਆਂ ਇੱਟਾਂ ਦਾ ਮੁੱਲ ਇਹਨੂੰ ਪ੍ਰਾਪਤ ਹੋਣਾ ਸੀ, ਤਥਾ ਬਿਕੇ ਰਿਣ ਸਭ ਉਤਰਾਵੇਂ। ਉਸੇ ਤਰ੍ਹਾਂ ਇਹਦੀਆਂ ਪਿੱਲੀਆਂ ਇੱਟਾਂ ਵੀ ਵਿਕ ਜਾਣਗੀਆਂ ਔਰ ਇਹਦਾ ਸਾਰਾ ਕਰਜ਼ਾ ਲੱਥ ਜਾਏਗਾ। ਲਾਪੁਰ ਮੈਂ ਲੱਦਾ ਇਸ ਭਾਂਤ। ਇਹੋ ਜਿਹਾ ਮਹਾਨ ਸਿੱਖ ਭਾਈ ਲੱਦਾ ਪਰਉਪਕਾਰੀ ਜੋ ਲਾਹੌਰ ਸ਼ਹਿਰ ਵਿੱਚ ਰਹਿੰਦਾ ਹੈ, ਪਰ ਉਪਕਾਰ ਕਰੇ ਬਖਿਆਤ। ਇਦਾਂ ਦੇ ਹੋਰ ਵੀ ਬੜੇ ਪਰਉਪਕਾਰ ਭਾਈ ਲੱਦਾ ਜੀ ਜਗਤ ਦੇ ਵਿੱਚ ਕਰਦੇ ਰਹਿੰਦੇ ਹਨ। ਲੱਖੂ ਰਾਏ ਪੋਟਲੀ ਤਾਏ। ਇਸੇ ਤਰ੍ਹਾਂ ਇੱਕ ਹੋਰ ਸਿੱਖ ਹੈ ਭਾਈ ਲੱਖੂ ਜੋ ਪੋਟਲੀ ਵਿੱਚ ਰਹਿੰਦਾ ਹੈ। ਲੱਖੂ ਰਾਏ ਪਟੋਲੀ ਤਾਏ। ਗੁਰ ਧਿਆਨ ਨਿਸ ਦਿਨ ਮਨ ਮਾਏ। ਇਹੋ ਜਿਹੇ ਸਿੱਖ ਭਾਈ ਲੱਖੂ ਜੀ ਜੋ ਲਾਹੌਰ ਸ਼ਹਿਰ 'ਚ ਰਹਿੰਦੇ ਨੇ ਔਰ ਜਿਨ੍ਹਾਂ ਦੇ ਮਨ ਵਿੱਚ ਹਰ ਵੇਲੇ ਗੁਰੂ ਦਾ ਧਿਆਨ, ਗੁਰੂ ਦਾ ਸਵਰੂਪ ਵਸਦਾ ਰਹਿੰਦਾ ਹੈ। ਇੱਕ ਤੀਰਥ ਅਰ ਮੂਲਾ ਬੇਰੀ। ਇਸੇ ਤਰ੍ਹਾਂ ਇੱਕ ਭਾਈ ਤੀਰਥ ਜੀ ਔਰ ਭਾਈ ਮੂਲਾ ਜੀ। ਸਿੱਖ ਮੁਕੰਦਾ ਮਿਲ ਤਿਸ ਬੇਰੀ। ਭਾਈ ਮੁਕੰਦਾ ਜੀ ਇਹ ਤਿੰਨੇ ਸਿੱਖ ਮਿਲ ਕੇ। ਚੌਥਾ ਨਿਹਾਲੂ ਜੋ ਸੁਨਿਆਰਾ। ਚੌਥਾ ਭਾਈ ਨਿਹਾਲੂ ਜੋ ਜਾਤੀ ਕਰਕੇ ਸੁਨਿਆਰਾ ਹੈ। ਮਿਲ ਆਏ ਗੁਰ ਕੇ ਦਰਬਾਰਾ। ਇਹ ਚਾਰੇ ਸਿੱਖ ਮਿਲ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਹਨ। ਕਰ ਬੰਧਨ ਕੋ ਬੈਠੇ ਪਾਸ। ਗੁਰੂ ਚਰਨਾਂ ਵਿੱਚ ਬੰਦਨਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਗਏ। ਹੱਥ ਜੋੜ ਕੀਨੀ ਅਰਦਾਸ। ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਬੇਨਤੀ ਕਰਕੇ ਬੋਲੇ, ਸਿੱਖ ਆਪ ਕੇ ਅਨੇਕ ਪ੍ਰਕਾਰੇ। ਮਹਾਰਾਜ ਜੀ ਆਪ ਜੀ ਦੇ ਅਨੇਕਾਂ ਪ੍ਰਕਾਰ ਦੇ ਸੇਵਕ ਤੇ ਸਿੱਖ ਹਨ। ਸ਼ਬਦ ਕੀਰਤਨ ਕਥਾ ਉਚਾਰੇ। ਜਿਹੜੇ ਹਰ ਵੇਲੇ ਗੁਰਬਾਣੀ ਦੇ ਸ਼ਬਦ ਗਾਇਨ ਕਰਦੇ ਨੇ, ਗੁਰਬਾਣੀ ਦੀ ਕਥਾ ਗਾਇ ਕਰਦੇ ਹਨ। ਇੱਕ ਤੇ ਸੁਨਤ ਸੋ ਮਨ ਦਰਵ ਜਾਵੇਂ। ਮਹਾਰਾਜ ਇੱਕ ਸਿੱਖ ਉਹ ਨੇ ਤੁਹਾਡੇ ਜਿਨ੍ਹਾਂ ਕੋਲੋਂ ਕੀਰਤਨ ਕਥਾ ਸੁਣੀਏ ਤੇ ਮਨ ਦਰਵੀਭੂਤ ਹੋ ਜਾਂਦਾ। ਮਹਾਰਾਜ ਇੱਕ ਸਿੱਖ ਤੁਹਾਡੇ ਐਸੇ ਨੇ ਜਿਹੜੇ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਜਦੋਂ ਅਸੀਂ ਉਹਨਾਂ ਕੋਲੋਂ ਕਥਾ ਕੀਰਤਨ ਸੁਣਦੇ ਹਾਂ ਬੜਾ ਮਨ ਲੱਗਦਾ।
ਮਨ ਦਰਬ ਜਾਂਦਾ, ਮਨ ਜੁੜ ਜਾਂਦਾ ਹੈ। ਇੱਕ ਕੋ ਕਯੋ ਸਮੀਪ ਨ ਜਾਵੇ। ਮਹਾਰਾਜ ਇਹ ਕੋਵੀ ਨੇ ਜਿਹੜੇ ਕਥਾ ਕੀਰਤਨ ਕਰਦੇ ਨੇ, ਪਰ ਸਾਡੇ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ। ਸਾਡਾ ਮਨ ਉੱਥੇ ਲੱਗਦਾ ਹੀ ਨਹੀਂ, ਜੁੜਦਾ ਹੀ ਨਹੀਂ, ਉਹਨਾਂ ਦਾ ਕਥਾ ਕੀਰਤਨ ਸਾਡੇ ਤੇ ਅਸਰ ਹੀ ਨਹੀਂ ਪਾਉਂਦਾ। ਇੱਕ ਉਹ ਨੇ ਜਿਨ੍ਹਾਂ ਦੇ ਕੀਰਤਨ ਕਥਾ ਦਾ ਬੜਾ ਪ੍ਰਭਾਵ ਪੈਂਦਾ ਸਾਡੇ ਤੇ, ਪਰ ਇੱਕ ਉਹ ਵੀ ਨੇ ਮਹਾਰਾਜ ਜਿਨ੍ਹਾਂ ਦੇ ਕਥਾ ਕੀਰਤਨ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸ਼੍ਰੀ ਮੁਖ ਤੇ ਸ਼ੁਭ ਜੁਗਤ ਬਖਾਨੀ। ਮਹਾਰਾਜ ਜੀ ਇਹਦਾ ਕੀ ਕਾਰਨ ਹੈ? ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਹੀਰਾ ਫਟਕ ਦੋਏ ਏਕ ਸਮਾਨੀ। ਮਹਾਰਾਜ ਜੀ ਕਹਿੰਦੇ ਸਿੱਖੋ ਸੁਣੋ, ਇੱਕ ਹੁੰਦਾ ਹੀਰਾ, ਇੱਕ ਹੁੰਦਾ ਬਿਲੌਰ ਦਾ ਸ਼ੀਸ਼ਾ, ਜਿਹਨੂੰ ਫਟਕ ਦਾ ਸ਼ੀਸ਼ਾ ਵੀ ਕਹਿੰਦੇ ਨੇ। ਦੋਵੇਂ ਇੱਕੋ ਜਿਹੇ ਲੱਗਦੇ ਨੇ, ਚਮਕਦਾਰ। ਹੀਰਾ ਵੀ ਚਮਕਦਾ ਹੈ, ਜਿਹੜਾ ਬਿਲੌਰ ਦਾ ਸ਼ੀਸ਼ਾ ਹੈ ਉਹ ਵੀ ਚਮਕਦਾ ਹੈ। ਹੀਰਾ ਨਿਜ ਪ੍ਰਕਾਸ਼ ਦਿਖਰਾਵੇ। ਜਿਹੜਾ ਹੀਰਾ ਹੈ ਉਹ ਆਪਣਾ ਪ੍ਰਕਾਸ਼ ਵਿਖਾ ਕੇ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਹੈ, ਉਹ ਆਪਣਾ ਪ੍ਰਕਾਸ਼ ਦੂਜਿਆਂ ਤੇ ਪਾਉਂਦਾ ਹੈ। ਸਰਬ ਰੰਗ ਕੇ ਉੱਪਰ ਛਾਵੇ। ਉਹਦੇ ਕੋਲ ਕਾਲਾ ਰੰਗ ਪਿਆ, ਲਾਲ ਪਿਆ, ਹਰਾ ਪਿਆ। ਹੀਰਾ ਉਹਨਾਂ ਸਾਰੇ ਰੰਗਾਂ ਉੱਤੇ ਆਪਣਾ ਅਸਰ ਪਾ ਦਿੰਦਾ, ਸਾਰੇ ਰੰਗਾਂ ਉੱਤੇ ਆਪਣਾ ਪ੍ਰਕਾਸ਼ ਪਾ ਦਿੰਦਾ ਹੈ। ਫਟਕ ਪ੍ਰਕਾਸ਼ ਪਰੇ ਨੈ ਕਾਉ। ਪਰ ਜਿਹੜਾ ਬਿਲੌਰ ਦਾ ਸ਼ੀਸ਼ਾ ਹੁੰਦਾ ਫਟਕ ਦਾ, ਉਹ ਕਿਸੇ ਤੇ ਆਪਣਾ ਪ੍ਰਕਾਸ਼ ਨਹੀਂ ਪਾ ਸਕਦਾ। ਉਹ ਸਗੋਂ ਜਿਹੜਾ ਕੋਈ ਲਾਲ ਰੰਗ ਪਿਆ ਉਹਦਾ ਰੰਗ ਆਪ ਲੈ ਲੈਂਦਾ, ਜੇ ਕੋਈ ਕਾਲਾ ਪਿਆ ਤੇ ਕਾਲੇ ਦਾ ਰੰਗ ਲੈ ਲੈਂਦਾ, ਜੇ ਕੋਈ ਹਰਾ ਰੰਗ ਪਿਆ ਤੇ ਉਹ ਰੰਗ ਆਪ ਲੈ ਲੈਂਦਾ। ਹੀਰਾ ਆਪਣਾ ਰੰਗ ਵੀ ਉਹਨਾਂ ਤੇ ਪਾ ਦਿੰਦਾ ਹੈ, ਪਰ ਬਿਲੌਰ ਦਾ ਸ਼ੀਸ਼ਾ ਜਿਹੜਾ ਉਹਨਾਂ ਦੇ ਕੋਲ ਰੰਗ ਪਏ ਹੁਣ ਉਹਨਾਂ ਦੇ ਰੰਗ ਨੂੰ ਵੀ ਆਪ ਗ੍ਰਹਿਣ ਕਰ ਲੈਂਦਾ ਹੈ। ਅੰਤਰ ਇਤੋ ਦੋਹਨ ਕੇ ਮਾਉ। ਇੰਨਾ ਅੰਤਰ, ਇੰਨਾ ਫਰਕ ਹੁੰਦਾ ਦੋਨਾਂ ਦੇ ਵਿੱਚ। ਤਿਮ ਗੁਰਮੁਖ ਕੀ ਕਰੋ ਪਛਾਨ। ਇਸੇ ਤਰ੍ਹਾਂ ਗੁਰਮੁਖ ਸਿੱਖ ਜਿਹੜੇ ਨੇ ਉਹ ਜਦੋਂ ਕਥਾ ਕੀਰਤਨ ਕਰਦੇ ਹਨ, ਜਿਸ ਸੰਗਤ ਮੈਂ ਕਰੇ ਬਖਾਨ। ਉਹ ਸੰਗਤ ਵਿੱਚ ਜਦੋਂ ਬੋਲਦੇ ਨੇ, ਸੰਗਤ ਵਿੱਚ ਕਥਾ ਤੇ ਕੀਰਤਨ ਕਰਦੇ ਹਨ, ਤਿਨ ਕੋ ਤੇਜ ਸਬਨ ਪਰ ਛਾਵੇ। ਉਹਨਾਂ ਦਾ ਪ੍ਰਭਾਵ, ਉਹਨਾਂ ਦਾ ਤੇਜ ਸਾਰਿਆਂ ਤੇ ਪੈ ਜਾਂਦਾ। ਜਿਵੇਂ ਹੀਰੇ ਦਾ ਪ੍ਰਕਾਸ਼ ਸਾਰਿਆਂ ਤੇ ਪੈਂਦਾ ਹੈ, ਏਦਾਂ ਉਹਦਾ ਪ੍ਰਭਾਵ, ਉਹਦਾ ਅਸਰ ਸਾਰੀ ਸੰਗਤ ਤੇ ਪੈਂਦਾ, ਸੁਣਨ ਵਾਲਿਆਂ ਤੇ। ਕਿਉਂਕਿ ਸਦਾ ਸੋ ਸੱਚ ਕਮਾਵੇ। ਕਿਉਂਕਿ ਉਹ ਗੁਰਮੁਖ ਜੋ ਕਹਿ ਰਿਹਾ ਉਹ ਆਪ ਵੀ ਉਸ ਸੱਚ ਦੀ ਕਮਾਈ ਕਰਦਾ ਹੈ, ਉਹ ਆਪ ਵੀ ਉਸ ਸੱਚ ਨੂੰ ਕਮਾਉਂਦਾ ਹੈ। ਜੇ ਨਰ ਹੋਰੇ ਅਰ ਕੁਰਿਆਰੇ। ਪਰ ਜਿਹੜੇ ਹੌਲੇ ਮਨੁੱਖ ਹੁੰਦੇ ਨੇ, ਲੋਕਾਂ ਨੂੰ ਉਪਦੇਸ਼ ਦਿੰਦੇ, ਆਪ ਨਹੀਂ ਕਮਾਉਂਦੇ, ਉਸ ਫਟਕ ਤੇ ਬਿਲੌਰ ਦੇ ਸ਼ੀਸ਼ੇ ਵਾਂਗੂ ਹੁੰਦੇ ਨੇ। ਉਹ ਕਿਸੇ ਤੇ ਆਪਣਾ ਪ੍ਰਭਾਵ ਨਹੀਂ ਪਾਉਂਦੇ, ਸਗੋਂ ਦੂਜਿਆਂ ਦਾ ਪ੍ਰਭਾਵ ਵੀ ਆਪ ਕਬੂਲ ਲੈਂਦੇ ਨੇ। ਜੇ ਅੱਗੇ ਉਹਨਾਂ ਦੇ ਸੁਣਨ ਵਾਲੇ ਕੋਈ ਮਾੜੀ ਬਿਰਤੀ ਵਾਲੇ ਲੋਕ ਬੈਠੇ, ਸਗੋਂ ਉਹਨਾਂ ਦੀ ਬਿਰਤੀ ਇਹਨਾਂ ਤੇ ਪ੍ਰਭਾਵ ਪਾ ਲੈਂਦੀ, ਆਪਣਾ ਪ੍ਰਭਾਵ ਉਹਨਾਂ ਤੇ ਨਹੀਂ ਪਾ ਸਕਦੇ। ਸੋ ਕੁਸੰਗ ਮੈਂ ਬਨੇ ਉਧਾਰੇ। ਉਹ ਕੁਸੰਗ ਦੇ ਵਿੱਚ ਉਹਨਾਂ ਦਾ ਉੱਥੇ ਉਦਾਰਤਾ ਬਣ ਜਾਂਦੇ। ਕੁਸੰਗੀਆਂ ਦੇ ਵਿੱਚ ਤਾਂ ਉਹ ਬਿਲੌਰ ਦੇ ਸ਼ੀਸ਼ੇ ਵਾਂਗੂ ਆਪਣਾ ਅਸਰ ਪਾ ਲੈਂਦੇ, ਜਿਹੜੇ ਕੁਸੰਗੀ ਹੁੰਦੇ ਨੇ। ਸ਼ੁਭ ਨਰ ਪਰ ਤੈ ਛਾਏ ਨਾ ਤੇਜ। ਪਰ ਜਿਹੜੇ ਚੰਗੇ ਤੇ ਭਲੇ ਪੁਰਸ਼ ਹੁੰਦੇ ਨੇ, ਉਹਨਾਂ ਤੇ ਉਹਨਾਂ ਦਾ ਅਸਰ ਨਹੀਂ ਪੈਂਦਾ, ਉਹਨਾਂ ਤੇ ਉਹਨਾਂ ਦਾ ਪ੍ਰਭਾਵ ਨਹੀਂ ਪੈਂਦਾ। ਸਤ ਸੰਗਤ ਕੋ ਜਿਨੋ ਮਜੇਜ। ਜਿਨ੍ਹਾਂ ਦੇ ਅੰਦਰ ਸਤ ਸੰਗਤ ਦਾ ਮਜ਼ੇਜ ਹੈ, ਭਾਵ ਜਿਨ੍ਹਾਂ ਅੰਦਰ ਸਤ ਸੰਗਤ ਦਾ ਮਜ਼ੇਜ ਹੈ। ਜਿਸ ਕੇ ਹਿਰਦੇ ਸ਼ਬਦ ਗੁਰ ਕੇਰਾ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਦੇ ਸ਼ਬਦ ਦਾ ਨਿਵਾਸ ਹੈ। ਪਇਓ ਪਰਵੇਸ਼ ਮਾ ਸੁਖ ਹੇਰਾ। ਉਹ ਮਹਾਨ ਸੁਖ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸੋ ਰਸਨਾ ਤੇ ਜਬੇ ਬਖਾਨੇ। ਇਹੋ ਜੇ ਗੁਰਮੁਖ ਜਦੋਂ ਆਪਣੀ ਰਸਨਾ ਤੋਂ ਬੋਲਦੇ ਹਨ, ਸ਼ਰੋਤਾ ਸੁਨਤ ਸ਼ਾਂਤ ਕੋ ਠਾਨੇ। ਸਰੋਤੇ ਸੁਣ ਕੇ ਆਪਣੇ ਮਨ ਨੂੰ ਸ਼ਾਂਤ ਕਰ ਲੈਂਦੇ ਉਹਨਾਂ ਗੁਰਮੁਖਾਂ ਕੋਲੋਂ, ਜਿਨ੍ਹਾਂ ਦੇ ਹਿਰਦਿਆਂ 'ਚ ਗੁਰ ਸ਼ਬਦ ਵਸਦਾ ਹੈ। ਉਹ ਜਦੋਂ ਬੋਲਦੇ ਨੇ, ਸਰੋਤੇ ਸੁਣ ਕੇ ਆਪਣਾ ਮਨ ਸ਼ਾਂਤ ਕਰ ਲੈਂਦੇ ਹਨ। ਤ੍ਰਿਸ਼ਨਾ ਤਪਤ ਤਜੈ ਸੁਖ ਪਾਵੇ। ਉਹ ਆਪਣੇ ਅੰਦਰ ਤਪਦੀ ਹੋਈ ਤ੍ਰਿਸ਼ਨਾ ਨੂੰ ਤਿਆਗ ਕੇ ਸ਼ਾਂਤ ਹੋ ਜਾਂਦੇ ਹਨ। ਸਤ ਸੰਗਤ ਸਿਮਰਨ ਮਨ ਭਾਵੇ। ਔਰ ਸਤ ਸੰਗਤ ਦੇ ਮਨ ਨੂੰ ਵੀ ਸਿਮਰਨ ਭਾਉਣ ਲੱਗ ਪੈਂਦਾ ਹੈ। ਲਖੇ
ਜੋ ਮਮ ਤੇ ਬੁੱਧ ਉਤੰਗ ਔਰ ਇਹ ਜਾਣੇ ਕਿ ਮੇਰੇ ਤੋਂ ਬੁੱਧੀ ਕਰਕੇ ਉਹ ਤੰਗ ਹੈ, ਉੱਚਾ ਹੈ। ਚਈਐ ਕਰਿਓ ਤਾਏ ਸ਼ੁਭ ਸੰਗ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਉਹਨਾਂ ਨੂੰ ਗੁਰਮੁਖਾਂ ਦਾ ਸੰਗ ਕਰਨਾ ਚਾਹੀਦਾ। ਜਿਹੜਾ ਇਹ ਜਾਣੇ ਕਿ ਮੈਂ ਬੜਾ ਉੱਚਾ ਹਾਂ, ਉਹਨੂੰ ਨਿਮਰਤਾ ਹਲੀਮੀ ਧਾਰਨ ਕਰਨ ਲਈ ਗੁਰਮੁਖਾਂ ਦਾ ਸੰਗ ਕਰਨਾ ਚਾਹੀਦਾ ਹੈ। ਗੁਰ ਬਾਤਨ ਕੋ ਹਿਰਦੇ ਬਸਾਵੈ ਔਰ ਗੁਰੂ ਕੇ ਅੰਮ੍ਰਿਤਮਈ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ। ਜੇ ਅਸ ਨਰ ਕੁਸੰਗ ਕਬ ਪਾਵੈ ਇਹੋ ਜੇ ਨਰ ਅਗਰ ਕਿਤੇ ਕੁਸੰਗ ਵਿੱਚ ਚਲੇ ਵੀ ਜਾਣ, ਨੈ ਬਿਗਰੇ ਨਿਸ਼ਚਾ ਦ੍ਰਿੜ ਰਹੇ ਉੱਥੇ ਜਾ ਕੇ ਵੀ ਉਹਨਾਂ ਦੇ ਉੱਤੇ ਕੁਸੰਗ ਦਾ ਅਸਰ ਨਹੀਂ ਪੈਂਦਾ ਔਰ ਉਹਨਾਂ ਦਾ ਹਿਰਦਾ ਉਸੇ ਤਰ੍ਹਾਂ ਅਡੋਲ ਰਹਿੰਦਾ ਹੈ। ਜਥਾ ਅਚਲ ਇਕ ਥਲ ਥਿਰ ਆਹੇ ਜਿਵੇਂ ਕੋਈ ਪਹਾੜ ਇੱਕ ਜਗ੍ਹਾ ਤੇ ਚੱਲ ਥਿਰ ਹੋ ਕੇ ਰਹਿੰਦਾ ਹੈ, ਏਦਾਂ ਸਤ ਸੰਗੀ ਅਗਰ ਕਿਤੇ ਕੁਸੰਗ ਵਿੱਚ ਅਚਾਨਕ ਉਹਨੂੰ ਜਾਣਾ ਵੀ ਪੈ ਜੇ, ਉੱਥੇ ਜਾ ਕੇ ਵੀ ਉਹਦਾ ਹਿਰਦਾ ਅਚਲ ਤੇ ਅਡੋਲ ਰਹਿੰਦਾ ਹੈ, ਉਹਦੇ ਤੇ ਕੁਸੰਗ ਦਾ ਕੋਈ ਅਸਰ ਨਹੀਂ ਪੈਂਦਾ, ਕੋਈ ਪ੍ਰਭਾਵ ਨਹੀਂ ਪੈਂਦਾ। ਜਿਮ ਚੰਦਨ ਬਾਵਨ ਤਰੁ ਸੀਤਲ ਹੁਣ ਚੰਦਨ ਦਾ ਦਰਖਤ ਬੜਾ ਸ਼ੀਤਲ ਤੇ ਠੰਡਾ ਹੈ। ਚੌ ਦਿਸ਼ ਮੈਂ ਅਹ ਲਪਟੇ ਹੀ ਤਲ ਚੰਦਨ ਦੇ ਚਾਰੇ ਪਾਸੇ ਸੱਪ ਲਟਕ ਜਾਂਦੇ ਨੇ, ਸੱਪ ਉਹਨੂੰ ਬਲੇਡਾ ਮਾਰ ਲੈਂਦੇ ਨੇ। ਤਉ ਨ ਸੀਤ ਤਜ ਬਿਖ ਕੋ ਲੇਤ ਉਹ ਫਿਰ ਵੀ ਸ਼ੀਤਲਤਾ ਨੂੰ ਗ੍ਰਹਿਣ ਕਰਕੇ ਵੀ ਜ਼ਹਿਰ ਨੂੰ ਨਹੀਂ ਤਿਆਗਦੇ, ਉਹਨਾਂ ਅੰਦਰ ਫਿਰ ਵੀ ਬਿਖ ਰਹਿੰਦਾ ਹੈ। ਔਰ ਉਹ ਜਦੋਂ ਆਪਣੇ ਬਿਖ ਦੇ ਨਾਲ ਚੰਦਨ ਨੂੰ ਮਾਰਦੇ ਨੇ ਡੰਗ, ਤੇ ਚੰਦਨ ਆਪਣੀ ਸ਼ੀਤਲਤਾ ਨਹੀਂ ਤਿਆਗਦਾ, ਚੰਦਨ ਫਿਰ ਵੀ ਠੰਡੇ ਦਾ ਠੰਡਾ ਹੀ ਰਹਿੰਦਾ, ਉਹ ਆਪਣੀ ਸ਼ੀਤਲਤਾ ਨਹੀਂ ਤਿਆਗਦਾ। ਸਰਪਨ ਕੋ ਸੀਤਲ ਕਰ ਦੇਤ ਸਗੋਂ ਚੰਦਨ ਸੱਪਾਂ ਨੂੰ ਵੀ ਠੰਡਾ ਕਰ ਦਿੰਦਾ ਹੈ। ਜਿਹੜੇ ਵਿਸ਼ੈਲੇ ਸੱਪ ਨੇ, ਜ਼ਹਿਰੀਲੇ ਸੱਪ ਨੇ, ਉਹ ਉਹਨਾਂ ਨੂੰ ਵੀ ਠੰਡਾ ਤੇ ਸ਼ੀਤਲ ਕਰ ਦਿੰਦਾ ਹੈ। ਤਿਮ ਗੁਰਮੁਖ ਜੇ ਧਸੈ ਕੁਸੰਗ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ, ਅਗਰ ਉਹ ਕੁਸੰਗ ਵਿੱਚ ਚਲੇ ਵੀ ਜਾਣ, ਮਾੜੇ ਭੈੜੇ ਭੱਦਰ ਪੁਰਸ਼ਾਂ ਦੇ ਸੰਗ ਵਿੱਚ ਚਲੇ ਵੀ ਜਾਣ, ਤੈ ਪੀ ਦੇਤ ਆਪਨੋ ਰੰਗ ਉੱਥੇ ਜਾ ਕੇ ਵੀ ਆਪਣੀ ਰੰਗਣ ਉਹਨਾਂ ਤੇ ਚਾੜ ਦਿੰਦੇ ਨੇ, ਉੱਥੇ ਜਾ ਕੇ ਵੀ ਆਪਣਾ ਪ੍ਰਭਾਵ ਉਹਨਾਂ ਤੇ ਪਾ ਦਿੰਦੇ ਹਨ। ਤਿਨ ਕੇ ਅਵਗਨ ਆਪ ਨ ਕਰੇ ਪਰ ਉਹਨਾਂ ਕੁਸੰਗੀਆਂ ਦੇ ਜਿਹੜੇ ਔਗਣ ਨੇ, ਉਹ ਗੁਰਮੁਖ ਆਪ ਹਿਰਦੇ 'ਚ ਧਾਰਨ ਨਹੀਂ ਕਰਦੇ, ਉਹ ਆਪ ਹਿਰਦੇ ਵਿੱਚ ਉਹਨਾਂ ਔਗਣਾਂ ਨੂੰ ਨਹੀਂ ਵਸਾਉਂਦੇ। ਸ਼ੁਭ ਗੁਣ ਕਹਿ ਕਹਿ ਉਰਮੋ ਤਰੇ ਸ਼ੁਭ ਗੁਣ ਕਹਿ ਕੇ ਉਹਨਾਂ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਸੁਨ ਸਿੱਖਨ ਸਭ ਸੀਸ ਨਿਵਾਇ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਸਿੱਖਾਂ ਨੇ ਆਪਣੇ ਸੀਸ ਝੁਕਾਏ ਹਨ। ਜਤਾ ਜੋਗ ਸ੍ਰੀ ਗੁਰੂ ਬਤਾਇਓ ਯਥਾ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹੀ ਵਾਦ ਦਰੁਸਤ ਦੱਸਿਆ ਹੈ। ਇਸ ਪ੍ਰਕਾਰ ਨਿਤ ਹੋਤ ਉਚਾਰ ਇਸ ਪ੍ਰਕਾਰ ਨਾਲ ਨਿਤ ਸਤਿਗੁਰਾਂ ਦੇ ਚਰਨਾਂ ਵਿੱਚ, ਮਹਾਰਾਜ ਜੀ ਦੇ ਦਰਬਾਰ ਵਿੱਚ ਇਸ ਤਰ੍ਹਾਂ ਦੀ ਵਾਰਤਾਲਾਪ ਸਿੱਖਾਂ ਦੇ ਨਾਲ ਚਰਚਾ ਚੱਲਦੀ ਰਹਿੰਦੀ ਹੈ। ਸ਼੍ਰੀ ਅਰਜਨ ਸਿੱਖ ਕਰਤ ਉਧਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣਿਆਂ ਸਿੱਖਾਂ ਦੀ ਕਲਿਆਣ ਤੇ ਉਧਾਰ ਕਰਦੇ ਹਨ। ਫੈਲਿਓ ਸੁਜਸ ਵਿਦੇਸ਼ ਅਸ਼ੇਸ਼ ਸਤਿਗੁਰਾਂ ਦਾ ਸੁਜਸ ਦੇਸ਼ਾਂ ਵਿਦੇਸ਼ਾਂ ਤੱਕ ਫੈਲਿਆ ਹੈ। ਚੌ ਦਿਸ਼ ਕੇ ਨਰ ਆਏ ਹਮੇਸ਼ ਚਾਰਾਂ ਦਿਸ਼ਾਵਾਂ ਦੇ ਲੋਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਿਓਂ ਚੱਲ ਕੇ ਆਉਂਦੇ, ਮਹਾਰਾਜ ਜੀ ਦਾ ਸੁਜਸ ਸੁਣ ਕੇ, ਸਤਿਗੁਰਾਂ ਦੀ ਮਹਿਮਾ ਸੁਣ ਕੇ। ਇੱਕ ਦਿਨ ਬੈਠੇ ਸਭਾ ਵਿਸਾਲ ਇੱਕ ਦਿਨ ਸਤਿਗੁਰੂ ਜੀ ਆਪਣੇ ਦਰਬਾਰ ਵਿੱਚ ਦੀਵਾਨ ਸਜਾ ਕੇ ਬੈਠੇ ਸਨ। ਬੜੇ ਬੜੇ ਸਿੱਖ ਭਗਤ ਰਸਾਲ ਬੜੇ ਬੜੇ ਵੱਡੇ ਰਸੀਏ ਸਿੱਖ, ਨਾਮ ਦੇ ਰੰਗ ਵਿੱਚ ਰੰਗੇ ਹੋਏ ਸਿੱਖ, ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਸਨ। ਚਲਿਓ ਜਿਕਰ ਸਿੱਖ ਬਹੁ ਕਿਸ ਦੇਸ਼ ਜ਼ਿਕਰ ਚੱਲ ਪਿਆ ਮਹਾਰਾਜ ਜੀ ਦੀ ਸੰਗਤ ਵਿੱਚ ਬੈਠਿਆਂ ਕਿ ਸਿੱਖ ਕਿਹੜੇ ਦੇਸ਼ ਵਿੱਚ ਜ਼ਿਆਦਾ ਰਹਿੰਦੇ ਨੇ,
ਕਿਹੜੇ ਦੇਸ਼ ਵਿੱਚ ਬਹੁਤੇ ਸਿੱਖ ਵਸਦੇ ਹਨ? ਕੈ ਸਤ ਸੰਗਤ ਭਾਉ ਵਿਸ਼ੇਸ਼ ਕਿਹਨਾਂ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਸਤ ਸੰਗਤ ਦਾ ਭਾਉ ਤੇ ਪ੍ਰੇਮ ਹੈ? ਜਿਸ ਜਿਸ ਜੋ ਜੋ ਦੇਖਨ ਕੀਨਾ। ਜਦੋਂ ਇਹ ਸ਼ਬਦ ਚੱਲਿਆ ਤੇ ਜਿਹਨੇ ਜਿਹਨੇ ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਦੇ ਦਰਸ਼ਨ ਕੀਤੇ ਸਨ, ਕਰਿਓ ਸੁਨਾਵਨ ਜਸ ਜਸ ਚੀਨਾ। ਜਿਵੇਂ ਜਿਵੇਂ ਵੇਖਿਆ ਉਸੇ ਤਰ੍ਹਾਂ ਸਾਰਿਆਂ ਨੇ ਦੱਸਣਾ ਸ਼ੁਰੂ ਕੀਤਾ। ਕਿਤਕ ਸਿੱਖ ਸ਼੍ਰੀ ਗੁਰ ਸੋ ਕੈ। ਕਈ ਸਿੱਖ ਮਹਾਰਾਜ ਜੀ ਨੂੰ ਕਹਿਣ ਲੱਗੇ, ਦੇਸ਼ ਗਿਰਨ ਕਸ਼ਮੀਰ ਜੋ ਆਹੇ। ਬੈਠਿਆਂ ਬੈਠਿਆਂ ਗੱਲ ਚੱਲ ਪਈ ਕਿ ਏਦਾਂ ਬਹੁਤ ਸਾਰੇ ਸਿੱਖ ਫਲਾਣੀ ਥਾਂ ਤੇ ਰਹਿੰਦੇ, ਅਮਕੀ ਥਾਂ ਤੇ ਰਹਿੰਦੇ। ਗੱਲਾਂ ਚਲਦਿਆਂ ਚਲਦਿਆਂ ਗੱਲਾਂ ਦੇ ਵਿੱਚੋਂ ਗੱਲ ਨਿਕਲੀ, ਕਹਿਣ ਲੱਗੇ ਸਿੱਖ ਮਹਾਰਾਜ ਜੀ ਜਿਹੜਾ ਕਸ਼ਮੀਰ ਦਾ ਇਲਾਕਾ ਹੈ, ਕਸ਼ਮੀਰ ਦੇ ਇਲਾਕੇ ਦੇ ਵਿੱਚ ਨੇੜੇ ਤੇੜੇ ਪਹਾੜਾਂ ਵਿੱਚ ਬਹੁਤ ਸਾਰੇ ਸਿੱਖ ਵਸਦੇ ਨੇ। ਤਰਕਤ ਪੰਡਤ ਤਾਂ ਮਹਾਨੀ। ਹੁਣ ਕਸ਼ਮੀਰ ਵਿੱਚ ਪੰਡਤ ਬਹੁਤ ਜ਼ਿਆਦਾ ਰਹਿੰਦੇ ਨੇ। ਉਹ ਜਿਹੜੇ ਪੰਡਤ ਨੇ ਕਸ਼ਮੀਰ ਦੇ ਬ੍ਰਾਹਮਣ, ਉਹ ਸਿੱਖਾਂ ਤੇ ਹੁਜਤ ਕਰਦੇ ਨੇ। ਉਹ ਸਿੱਖਾਂ ਤੇ ਕਈ ਪ੍ਰਕਾਰ ਦੀਆਂ ਤਰਕਾਂ ਕਰਦੇ ਹਨ। ਪੜਨ ਦੇਤ ਨੇ ਸਤਿਗੁਰ ਬਾਣੀ। ਇੰਨੀ ਤਰਕ ਕਰਦੇ ਨੇ ਉਹ ਸਿੱਖਾਂ ਤੇ ਕਿ ਸਿੱਖਾਂ ਨੂੰ ਗੁਰਬਾਣੀ ਨਹੀਂ ਪੜਨ ਦਿੰਦੇ। ਜੇ ਕੋਈ ਸਿੱਖ ਉਹਨਾਂ ਦੇ ਸਾਹਮਣੇ ਗੁਰਬਾਣੀ ਪੜਨ ਲੱਗਦਾ ਤੇ ਉਹ ਰੋਕ ਦਿੰਦੇ ਨੇ। ਉਹ ਸਿੱਖਾਂ ਨੂੰ ਗੁਰਬਾਣੀ ਨਹੀਂ ਪੜਨ ਦਿੰਦੇ। ਸੰਸਕ੍ਰਿਤ ਸੁਰ ਬਾਣੀ ਜਾਨੋ। ਉਹ ਅੱਗੋਂ ਇਹ ਕਹਿੰਦੇ ਨੇ ਸਿੱਖਾਂ ਨੂੰ ਕਿ ਜਿਹੜੀ ਸੰਸਕ੍ਰਿਤ ਹੈ, ਸੰਸਕ੍ਰਿਤ ਭਾਸ਼ਾ ਹੈ, ਇਹ ਦੇਵਤਿਆਂ ਦੀ ਭਾਸ਼ਾ ਹੈ, ਇਹ ਦੇਵ ਬਾਣੀ ਹੈ। ਮਨੁੱਖ ਗਿਰਾ ਭਾਖਾ ਏ ਮਾਨੋ। ਤੇ ਆ ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ, ਇਹ ਮਨੁੱਖ ਦੀ ਉਚਾਰਨ ਕੀਤੀ ਹੋਈ ਭਾਖਾ ਹੈ। ਇਹ ਭਾਖਾ ਹੈ, ਇਹਨੂੰ ਭਾਖਾ ਬਾਣੀ ਕਹਿੰਦੇ ਹਨ। ਕਿਉਂ ਤੁਮ ਪਠੋ ਕਹਾਂ ਫਲ ਲਾਗੇ। ਤੁਸੀਂ ਇਹ ਮਨੁੱਖ ਦੀ ਉਚਾਰਨ ਕੀਤੀ ਹੋਈ ਬਾਣੀ ਕਿਉਂ ਪੜ੍ਹਦੇ ਹੋ? ਇਹਦਾ ਫਲ ਤੁਹਾਨੂੰ ਕੀ ਮਿਲਣਾ? ਜੇ ਤੁਸੀਂ ਪੜ੍ਹਨੀ ਆ ਤਾਂ ਸੰਸਕ੍ਰਿਤ ਪੜ੍ਹੋ, ਵੇਦ ਪੜ੍ਹੋ। ਜਿਹੜੀ ਦੇਵ ਬਾਣੀ ਆ ਉਹਨੂੰ ਪੜ੍ਹ ਕੇ ਤੁਹਾਨੂੰ ਫਲ ਮਿਲੇਗਾ। ਆ ਮਨੁੱਖਾਂ ਦੀ ਉਚਾਰਨ ਕੀਤੀ ਹੋਈ ਬਾਣੀ ਕਿਉਂ ਪੜ੍ਹਦੇ? ਇਹਨੂੰ ਪੜ੍ਹ ਕੇ ਤੁਹਾਨੂੰ ਕੀ ਫਲ ਮਿਲਣਾ? ਨਿਤ ਨਮਿਤ ਕੇ ਕਰਮਨ ਤਿਆਗੇ। ਫਿਰ ਤੁਸੀਂ ਨਿਤ ਤੇ ਨਮਿਤ ਕਰਮ ਜਿਹੜੇ ਨੇ ਉਹ ਤਿਆਗ ਦਿੱਤੇ। ਨਾ ਤੁਸੀਂ ਨਿਤ ਕਰਮ ਕਰਦੇ ਹੋ ਜਿਹੜੇ ਵੇਦਾਂ 'ਚ ਦੱਸੇ ਨੇ, ਨਾ ਹੀ ਤੁਸੀਂ ਨਮਿਤ ਕਰਮ ਕਰਦੇ ਹੋ। ਨਿਤ ਕਰਮ ਦਾ ਮਤਲਬ ਜਿਵੇਂ ਕਰਦੇ ਹਵਨ ਕਰਨੇ, ਤਰਪਣ ਕਰਨੇ, ਸੰਧਿਆ ਕਰਨੀ, ਪੂਜਾ ਅਰਚਨਾ ਕਰਨੀ, ਇਹ ਨਿਤ ਕਰਮ ਨੇ ਬ੍ਰਾਹਮਣਾਂ ਦੇ। ਨਮਿਤ ਕਰਮ ਜਿਹੜੇ ਵਿਸ਼ੇਸ਼ ਕਰਕੇ ਕਿਸੇ ਦੇ ਸੰਬੰਧ 'ਚ ਕੀਤੇ ਜਾਣ, ਨਮਿਤ ਕਰਮ ਕਿਸੇ ਦੇ ਸੰਬੰਧ ਵਿੱਚ ਤੁਸੀਂ ਉਹ ਵੀ ਨਹੀਂ ਕਰਦੇ। ਨਾ ਤੁਸੀਂ ਪਿੰਡ ਪੱਤਲ ਕਿਰਿਆ ਤਾਰਦੇ ਹੋ, ਨਾ ਤੁਸੀਂ ਆਪਣੇ ਪਿਤਰਾਂ ਵਾਸਤੇ ਕੋਈ ਸਰਾਧ ਆਦਿਕ ਦੇ ਕਰਮ ਕਰਦੇ ਹੋ। ਤੁਸੀਂ ਨਿਤ ਨਮਿਤ ਕਰਮ ਵੀ ਨਹੀਂ ਕਰਦੇ। ਇਤਿਆਦਿਕ ਸਭ ਹੁਣ ਸੁਨਾਵੇ। ਮਹਾਰਾਜ ਇਸ ਤਰ੍ਹਾਂ ਉਹ ਸਾਰੇ ਸਿੱਖਾਂ ਦੇ ਉੱਤੇ ਤਰਕ ਕਰਕੇ ਸਿੱਖਾਂ ਨੂੰ ਵਰਜਦੇ ਹਨ। ਗੁਰਮਤ ਸਿੱਖੀ ਤੇ ਸੋ ਹਟਾਵੇ। ਉਹ ਬ੍ਰਾਹਮਣ ਸਿੱਖਾਂ ਨੂੰ ਗੁਰਸਿੱਖੀ ਤੋਂ ਹਟਾਉਂਦੇ ਨੇ, ਗੁਰਸਿੱਖੀ ਤੋਂ ਮੋੜਦੇ ਹਨ। ਸ਼੍ਰੀ ਅਰਜਨ ਸੁਨ ਸਭਾ ਮਝਾਰਾ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਸ਼ਮੀਰ ਵਿੱਚ ਵਸਦੇ ਸਿੱਖਾਂ ਦੀ ਹਾਲਤ ਸੁਣੀ, ਮਾਧੋ ਸੋਢੀ ਨਿਕਟ ਹਕਾਰਾ। ਮਹਾਰਾਜ ਜੀ ਦਾ ਇੱਕ ਸੇਵਕ ਸੀ ਭਾਈ ਮਾਧੋ, ਇਹ ਸੋਢੀ ਵੰਸ਼ ਦੇ ਨਾਲ ਸੰਬੰਧ ਰੱਖਦਾ ਸੀ। ਭਾਈ ਮਾਧੋ ਮਹਾਰਾਜ ਜੀ ਦੇ ਕੋਲ ਬੈਠਾ ਸੀ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਮਹਾਰਾਜ ਜੀ ਨੇ ਭਾਈ ਮਾਧੋ ਨੂੰ ਆਪਣੇ ਕੋਲ ਸੱਦਿਆ, ਕੋਲ ਬੁਲਾ ਕੇ ਪਾਤਸ਼ਾਹ ਨੇ ਬਚਨ ਕੀਤਾ। ਭਾਈ ਮਾਧੋ ਸੋਢੀ ਨੂੰ ਕਹਿਣ ਲੱਗੇ, ਗੁਰਮਤ ਮੈਂ ਤੂੰ ਐ ਪ੍ਰਬੀਨ। ਮਹਾਰਾਜ ਜੀ ਕਹਿੰਦੇ ਭਾਈ ਮਾਧੋ ਜੀ ਤੁਸੀਂ ਗੁਰਮਤ ਵਿੱਚ ਪ੍ਰਵੀਨ ਹੋ, ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਵੀ ਗੁਰਮਤ ਕੀ ਹੈ, ਗੁਰਮਤ ਦੀ ਰਹਿਣੀ ਬਹਿਣੀ ਕੀ ਹੈ। ਅਬ ਹਮ ਤੋਏ ਬਚਨ ਕੇ ਮਾਈ। ਭਾਈ ਮਾਧੋ ਜੀ ਅੱਜ ਤੋਂ ਬਾਅਦ ਅਸੀਂ ਤੁਹਾਡੇ ਬਚਨਾਂ ਵਿੱਚ ਵਸਾਂਗੇ। ਜੋ ਬਚਨ ਤੁਸੀਂ ਕਰੋਗੇ ਤੁਹਾਡੇ ਬਚਨਾਂ ਵਿੱਚ ਅਸੀਂ ਵਸਾਂਗੇ। ਪਾਈ ਸ਼ਕਤ ਮਿਟੇ ਕਬ ਨਾਈ। ਤੁਹਾਡੇ ਬਚਨਾਂ ਵਿੱਚ ਸ਼ਕਤੀ ਪਾ ਦਿੱਤੀ, ਜਿਹੜਾ ਬਚਨ ਤੁਸੀਂ ਕਰੋਗੇ ਉਹ ਮਿਟੇਗਾ ਨਹੀਂ, ਤੁਹਾਡਾ ਕੀਤਾ ਹੋਇਆ ਬਚਨ ਪੂਰਾ ਹੋਵੇਗਾ। ਪਰਬਤ ਵਿਖੇ ਦੇਸ਼ ਕਸ਼ਮੀਰ। ਭਾਈ ਮਾਧੋ ਜੀ ਏਦਾਂ ਕਰੋ, ਪਹਾੜਾਂ ਦੇ ਇਲਾਕੇ ਵਿੱਚ ਜਿਹੜਾ ਵੱਡਾ ਦੇਸ਼ ਕਸ਼ਮੀਰ ਦਾ ਹੈ, ਸਿੱਖੀ ਜਾਏ ਦ੍ਰਿੜਾਵੋ ਧੀਰ। ਉੱਥੇ ਜਾ ਕੇ ਤੁਸੀਂ ਉੱਥੋਂ ਦੇ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਨੂੰ ਗੁਰਸਿੱਖੀ ਦ੍ਰਿੜ ਕਰਵਾਓ।
ਉਹਨਾਂ ਬ੍ਰਾਹਮਣਾਂ ਨੂੰ ਦੱਸੋ ਕਿ ਗੁਰਸਿੱਖੀ ਕਿੰਨੀ ਉੱਤਮ ਹੈ, ਜਿਹਦੇ ਤੇ ਉਹ ਸ਼ੰਕਾ ਕਰਦੇ ਨੇ, ਤਰਕ ਕਰਦੇ ਨੇ, ਉਹਨਾਂ ਨੂੰ ਜਾ ਕੇ ਗੁਰਸਿੱਖੀ ਦ੍ਰਿੜ ਕਰਵਾਓ। ਗੁਰਮਤਿ ਕੋ ਕੀਜੇ ਵਿਸਤਾਰ, ਔਰ ਜਿਹੜੀ ਗੁਰੂ ਕੀ ਮੱਤ ਹੈ ਉਹਦਾ ਜਾ ਕੇ ਵਿਸਥਾਰ ਕਰੋ, ਉਹਦਾ ਪ੍ਰਚਾਰ ਕਰੋ। ਸਿਮਰੈ ਸਤ ਨਾਮ ਸੁਖ ਸਾਰ, ਔਰ ਸਾਰਿਆਂ ਵਿੱਚ ਸੱਚੇ ਨਾਮ ਦਾ ਸਿਮਰਨ ਕਰਾਓ, ਸਭ ਨੂੰ ਨਾਮ ਜਪਾਓ, ਨਾਮ ਦੀ ਕਮਾਈ ਵਿੱਚ ਪ੍ਰੇਰ ਕੇ ਲਾਓ। ਸੁਨ ਮਾਧੋ ਪੁਨ ਬਾਕ ਬਖਾਨੇ, ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਾਧੋ ਜੀ ਬੋਲੇ, ਤਹਾਂ ਭਗਤ ਕੋ ਵਿਪਰਨ ਜਾਣੇ। ਕਹਿਣ ਲੱਗੇ ਮਹਾਰਾਜ ਉਹ ਬ੍ਰਾਹਮਣ ਮਾਨੀ ਹੰਕਾਰੀ ਹੋਣਗੇ, ਉੱਥੇ ਉਹਨਾਂ ਨੂੰ ਕੀ ਪਤਾ ਭਗਤੀ ਕੀ ਹੁੰਦੀ ਹੈ, ਉਹ ਭਗਤੀ ਨੂੰ ਨਹੀਂ ਜਾਣਨਗੇ। ਕਰਮ ਕਾਂਡ ਮੈਂ ਸੋ ਲਪਟਾਏ, ਉਹ ਬ੍ਰਾਹਮਣ ਕਰਮ ਕਾਂਡਾਂ ਵਿੱਚ ਲਪਟੇ ਹੋਏ ਕਰਮ ਕਾਂਡੀ ਬਣੇ ਹੋਏ ਨੇ। ਨੈ ਉਪਾਸਨਾ ਮਨ ਮੈਂ ਲਿਆਏ, ਉਹ ਕਰਮ ਕਾਂਡੀ ਹੋ ਕੇ ਉਪਾਸਨਾ ਨੂੰ ਆਪਣੇ ਮਨ ਵਿੱਚ ਨਹੀਂ ਲਿਆਉਂਦੇ, ਉਪਾਸਨਾ ਕਰਮ ਨਹੀਂ ਕਰਦੇ। ਕਯੋ ਗੁਰੂ ਸੋ ਭਗਤੀ ਜਾਣੈ। ਮਹਾਰਾਜ ਜੀ ਕਹਿਣ ਲੱਗੇ ਮਾਧੋ ਜੀ ਤੁਸੀਂ ਜਾਓ, ਜਦੋਂ ਤੁਸੀਂ ਜਾ ਕੇ ਉੱਥੇ ਪ੍ਰਚਾਰ ਕਰੋਗੇ ਗੁਰਮਤਿ ਦਾ, ਉਹ ਬ੍ਰਾਹਮਣ ਭਗਤੀ ਨੂੰ ਵੀ ਜਾਣਨ ਲੱਗ ਪੈਣਗੇ, ਉਹਨਾਂ ਨੂੰ ਭਗਤੀ ਦਾ ਵੀ ਗਿਆਨ ਹੋ ਜਾਵੇਗਾ ਕਿ ਭਗਤੀ ਕੀ ਹੈ। ਨਹੀਂ ਕਮਾਵਤ ਜਿਮ ਅਨਜਾਣੈ, ਜਿਹੜੇ ਅਣਜਾਣ ਨੇ ਉਹ ਨਹੀਂ ਜਾਣਨਗੇ, ਉਹ ਨਹੀਂ ਕਮਾਉਣਗੇ, ਉਹ ਤਾਂ ਭਾਵੇਂ ਇੱਥੇ ਨੇ ਭਾਵੇਂ ਉੱਥੇ ਨੇ। ਜਿਹੜੇ ਅਣਜਾਣ ਨੇ ਗੁਰਮਤਿ ਤੋਂ ਗੁਰਸਿੱਖੀ ਤੋਂ, ਉਹ ਨਹੀਂ ਕਮਾਣਗੇ। ਪਹੁੰਚੈ ਜਬ ਤੁਵ ਦਰਸ਼ਨ ਪਹਿ, ਭਾਈ ਮਾਧੋ ਜੀ ਜਦੋਂ ਤੁਸੀਂ ਜਾ ਕੇ ਉੱਥੇ ਉਹਨਾਂ ਨੂੰ ਗੁਰਮਤਿ ਦੀ ਜਾਣਕਾਰੀ ਦਿਓਗੇ, ਉੱਥੇ ਤੁਹਾਡੇ ਉਹ ਆ ਕੇ ਦਰਸ਼ਨ ਕਰਨਗੇ। ਹਿਰਦੇ ਉਪਾਸਨ ਕੋ ਉਪਜੇ ਹੈ, ਸੁਭਾਵਕ ਤੁਹਾਡੇ ਬਚਨ ਸੁਣ ਕੇ ਉਹਨਾਂ ਦੇ ਹਿਰਦਿਆਂ 'ਚ ਉਪਾਸਨਾ ਪੈਦਾ ਹੋਵੇਗੀ, ਉਹ ਕਰਮ ਕਾਂਡ ਛੱਡ ਕੇ ਉਪਾਸਨਾ ਵਿੱਚ ਲੱਗਣਗੇ। ਸੰਸਕ੍ਰਿਤ ਜਿਮ ਵਿਪਰਨ ਪਿਆਰੀ, ਉਹਨਾਂ ਨੂੰ ਸੰਸਕ੍ਰਿਤ ਭਾਸ਼ਾ ਜਿਹੜੀ ਬ੍ਰਾਹਮਣਾਂ ਨੂੰ ਜਿਵੇਂ ਬੜੀ ਪਿਆਰੀ ਹੈ। ਪਠੇ ਸੁਨੇ ਮਾਨੇ ਔਰ ਤਾਰੀ, ਉਹ ਸੰਸਕ੍ਰਿਤ ਵਿੱਚ ਉਚਾਰੇ ਹੋਏ ਵੇਦਾਂ ਨੂੰ ਬੜੇ ਪਿਆਰ ਨਾਲ ਪੜ੍ਹਦੇ ਸੁਣਦੇ ਤੇ ਮੰਨਦੇ ਹਨ। ਤਿਮ ਸਿੱਖਨ ਕੋ ਸਤਿਗੁਰ ਬਾਣੀ, ਇਸੇ ਤਰ੍ਹਾਂ ਗੁਰਸਿੱਖਾਂ ਨੂੰ ਗੁਰੂ ਕੀ ਬਾਣੀ ਪਿਆਰੀ ਲੱਗਦੀ, ਜਿਵੇਂ ਬ੍ਰਾਹਮਣਾਂ ਨੂੰ ਸੰਸਕ੍ਰਿਤ ਪਿਆਰੀ ਲੱਗਦੀ, ਉਹਨੂੰ ਪੜ੍ਹਦੇ ਮੰਨਦੇ ਤੇ ਸੁਣਦੇ ਨੇ, ਇਸੇ ਤਰ੍ਹਾਂ ਗੁਰਸਿੱਖਾਂ ਨੂੰ ਗੁਰਬਾਣੀ ਪਿਆਰੀ ਲੱਗਦੀ ਹੈ। ਗੁਰੂ ਕੇ ਸਿੱਖ ਪਿਆਰ ਨਾਲ ਗੁਰਬਾਣੀ ਪੜ੍ਹਦੇ ਸੁਣਦੇ ਤੇ ਵਿਚਾਰਦੇ ਹਨ। ਸੁਨਤ ਸ਼੍ਰੋਨ ਜੈ ਮਤ ਹਰ ਖਾਨੀ, ਜਦੋਂ ਗੁਰੂ ਕਾ ਸਿੱਖ ਗੁਰਬਾਣੀ ਕੰਨਾਂ ਨਾਲ ਸੁਣਦਾ, ਸੁਣਦਿਆਂ ਗੁਰਸਿੱਖ ਦੇ ਹਿਰਦੇ 'ਚ ਖੇੜਾ ਵਿਕਾਸ ਪੈਦਾ ਹੋ ਜਾਂਦਾ ਹੈ। ਲੈ ਗੁਰ ਆਇਸ ਹੋਏ ਕਰ ਤਿਆਰੀ, ਭਾਈ ਮਾਧੋ ਜੀ ਨੂੰ ਮਹਾਰਾਜ ਜੀ ਨੇ ਬਚਨ ਕੇ ਸਤਿਗੁਰਾਂ ਦੀ ਆਗਿਆ ਲੈ ਕੇ ਭਾਈ ਮਾਧੋ ਜੀ ਨੇ ਤਿਆਰੀ ਕੀਤੀ। ਕਮਨਿਓ ਗੁਰਮਤ ਦੇਨ ਪਹਾੜੀ, ਉਹਨਾਂ ਪਹਾੜੀਆਂ ਨੂੰ, ਕਸ਼ਮੀਰ ਦੇ ਕਸ਼ਮੀਰੀਆਂ ਨੂੰ ਗੁਰਮਤ ਦੇਣ ਵਾਸਤੇ ਕਸ਼ਮੀਰੀ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਭਾਈ ਮਾਧੋ ਜੀ ਚੱਲ ਪਏ। ਗੁਰ ਸ਼ਬਦਨ ਕੀ ਪੋਥੀ ਲੀਨਾ, ਗੁਰਬਾਣੀ ਦੇ ਸ਼ਬਦਾਂ ਦੀ ਇੱਕ ਪੋਥੀ ਭਾਈ ਮਾਧੋ ਜੀ ਨੇ ਆਪਣੇ ਨਾਲ ਲੈ ਲਈ। ਅਰਥ ਕਰਨ ਮੈਂ ਸੁਮਤ ਪ੍ਰਬੀਨ, ਭਾਈ ਮਾਧੋ ਜੀ ਗੁਰਬਾਣੀ ਦੇ ਅਰਥ ਕਰਨ ਵਿੱਚ ਬੜੇ ਪ੍ਰਵੀਨ ਸਨ, ਗੁਰਬਾਣੀ ਦੇ ਅਰਥਾਂ ਨੂੰ ਬੜੇ ਸੋਹਣੇ ਤੇ ਸੁਚੱਜੇ ਢੰਗ ਨਾਲ ਕਰਨਾ ਜਾਣਦੇ ਸਨ। ਔਰ ਮੈਂ ਕਰਿਓ ਜਾਏ ਕਿਤ ਡੇਰਾ, ਭਾਈ ਮਾਧੋ ਜੀ ਕਸ਼ਮੀਰ ਪਹੁੰਚੇ, ਕਿਤੇ ਜਾ ਕੇ ਇੱਕ ਜਗ੍ਹਾ ਤੇ ਡੇਰਾ ਕੀਤਾ। ਉਪਦੇਸ਼ਨ ਲਾਗਿਓ ਜਿਸ ਬੇਰਾ, ਔਰ ਉੱਥੇ ਜਾ ਕੇ ਭਾਈ ਮਾਧੋ ਨੇ ਕਥਾ ਦਾ ਪ੍ਰਵਾਹ ਪ੍ਰਾਰੰਭ ਕੀਤਾ, ਗੁਰਬਾਣੀ ਦੀ ਕਥਾ ਕਰਨੀ ਸ਼ੁਰੂ ਕੀਤੀ। ਮਿਲ ਪੰਡਤ ਮਾਧੋ ਟਿਗ ਆਏ, ਜਦੋਂ ਭਾਈ ਮਾਧੋ ਨੇ ਗੁਰਬਾਣੀ ਦੀ ਕਥਾ ਸ਼ੁਰੂ ਕੀਤੀ, ਕਈ ਸਿੱਖ ਆ ਕੇ ਕਥਾ ਸੁਣਨ ਲੱਗੇ। ਏਦਾਂ ਕੁਝ ਪੰਡਤਾਂ ਨੂੰ ਪਤਾ ਲੱਗਾ ਤੇ ਉਹ ਪੰਡਤ ਚੱਲ ਕੇ, ਬ੍ਰਾਹਮਣ ਚੱਲ ਕੇ ਭਾਈ ਮਾਧੋ ਕੋਲ ਆਏ। ਭਾਖਾ ਕੀ ਨਾ ਕਥਾ ਹਮ ਪਾਏ, ਉਹ ਆ ਕੇ ਭਾਈ ਮਾਧੋ ਨੂੰ ਕਹਿਣ ਲੱਗੇ, ਭਾਈ ਮਾਧੋ ਆ ਜਿਹੜੀ ਭਾਖਾ ਹੈ, ਕਿਉਂਕਿ ਗੁਰਬਾਣੀ ਭਾਖਾ ਦਾ ਮਤਲਬ ਹੁੰਦਾ ਵੀ ਜਿਹੜੀ ਆਮ ਲੋਕਾਂ ਦੇ ਬੋਲ ਚਾਲ ਵਿੱਚ ਆਉਂਦੀ ਹੋਵੇ ਬੋਲੀ। ਕਹਿੰਦੇ ਵੀ ਇਹ ਤਾਂ ਆਮ ਬੋਲਚਾਲ ਦੇ ਵਿੱਚ ਆਉਣ ਵਾਲੀ ਬੋਲੀ ਭਾਖਾ ਹੈ, ਇਹਦੀ ਕਥਾ ਨਹੀਂ ਸਾਨੂੰ ਚੰਗੀ ਲੱਗਦੀ ਗੁਰਬਾਣੀ ਦੀ। ਜੇ ਕਥਾ ਕਰਨੀ ਤੇ ਸੰਸਕ੍ਰਿਤ ਵਿੱਚ ਉਚਾਰੇ ਹੋਏ ਸ਼ਲੋਕਾਂ ਦੀ ਕਰੋ, ਅਸੀਂ ਸੁਣਾਂਗੇ। ਇਹ ਜਿਹੜੀ ਭਾਖਾ ਵਿੱਚ ਉਚਾਰੀ ਹੋਈ ਬਾਣੀ ਹੈ,
ਇਹਦੀ ਕਥਾ ਅਸੀਂ ਨਹੀਂ ਸੁਣਨੀ, ਇਹ ਸਾਨੂੰ ਚੰਗੀ ਨਹੀਂ ਲੱਗਦੀ। ਸੁਰਬਾਨੀ ਤਜ ਕਿਮ ਏ ਧਾਰੇ। ਤੁਸੀਂ ਦੇਵਤਿਆਂ ਦੀ ਬਾਣੀ ਸੰਸਕ੍ਰਿਤ ਨੂੰ ਛੱਡ ਕੇ ਇਹ ਕਿਉਂ ਧਾਰਨ ਕੀਤੀ ਹੋਈ ਹੈ? ਨੈ ਆਵਤ ਇਮ ਹਿਰਦੇ ਹਮਾਰੇ। ਇਸ ਕਰਕੇ ਇਹ ਸਾਡੇ ਹਿਰਦੇ ਵਿੱਚ ਨਹੀਂ ਆਉਂਦੀ, ਇਹਦੇ ਤੇ ਸਾਡੇ ਮਨ 'ਚ ਸ਼ਰਧਾ ਨਹੀਂ ਬਣਦੀ। ਸੁਨ ਮਾਧੋ ਤਬ ਜੁਗਤ ਬਖਾਨੀ। ਸੁਣ ਕੇ ਭਾਈ ਮਾਧੋ ਜੀ ਉਸ ਵੇਲੇ ਇਹਨਾਂ ਨੂੰ ਦੱਸਣ ਲੱਗੇ, ਬ੍ਰਾਹਮਣਾਂ ਨੂੰ ਕਹਿਣ ਲੱਗੇ, ਜਿਸ ਨਰ ਲਾਗੀ ਖੁਦਾ ਮਾਨੀ। ਮਹਾਰਾਜ ਜੀ ਭਾਈ ਮਾਧੋ ਜੀ ਕਹਿਣ ਲੱਗੇ, ਪੰਡਤ ਜੀ, ਬ੍ਰਾਹਮਣ ਜੀ ਸੁਣੋ, ਜੇ ਕਿਸੇ ਬੰਦੇ ਨੂੰ ਬਹੁਤ ਜ਼ਿਆਦੀ ਡਾਢੀ ਭੁੱਖ ਲੱਗੀ ਹੋਵੇ, ਸੋ ਜੇ ਪਰ ਤੀਖੇ ਕੰਚਨ ਬਾਸਨ। ਉਹ ਫਿਰ ਸੋਨੇ ਦੇ ਭਾਂਡਿਆਂ ਦੀ ਉਡੀਕ ਨਹੀਂ ਕਰਦਾ ਵੀ ਸੋਨੇ ਦੇ ਬਰਤਨ ਆਉਣਗੇ ਤੇ ਤਾਂ ਰੋਟੀ ਖਾਵਾਂਗਾ। ਭੁੱਖ ਲੱਗੀ ਹੋਵੇ ਨਾ, ਫਿਰ ਜਿਹੜੇ ਭਾਂਡੇ ਵਿੱਚ ਵੀ ਪਾਈ ਹੋਵੇ ਉਸੇ ਤਰ੍ਹਾਂ ਉਹ ਖਾ ਲੈਂਦਾ ਹੈ। ਫਿਰ ਉਹ ਸੋਨੇ ਦੇ ਬਰਤਨ ਨਹੀਂ ਉਡੀਕਦਾ ਕਿ ਕਦੋਂ ਸੋਨੇ ਦੇ ਭਾਂਡੇ ਆਉਣ ਤੇ ਉਹਨਾਂ ਵਿੱਚ ਪਾ ਕੇ ਖਾਵਾਂ। ਕਰੇ ਯਤਨ ਤੇ ਪੂਜੇ ਆਸਨਾ। ਹੁਣ ਸੋਨੇ ਦੇ ਭਾਂਡੇ ਖਬਰੇ ਕਦੋਂ ਆਉਣ ਨਾ ਆਉਣ, ਜ਼ਰੂਰੀ ਤਾਂ ਨਹੀਂ ਵੀ ਸੋਨੇ ਦੇ ਬਰਤਨ ਉਹਨੂੰ ਜ਼ਰੂਰ ਮਿਲਣਗੇ। ਭੁੱਖ ਲੱਗੀ ਹੈ, ਉਹ ਹੁਣ ਸੋਨੇ ਦੇ ਭਾਂਡਿਆਂ ਦੀ ਉਡੀਕ ਕਰੇ, ਉਹਨਾਂ ਨੂੰ ਪ੍ਰਾਪਤ ਕਰਨ ਲਈ ਯਤਨ ਕਰੇ। ਹੁਣ ਸੋਨੇ ਦੇ ਭਾਂਡੇ ਖਬਰੇ ਉਹਨੂੰ ਮਿਲਣ ਕੇ ਨਾ ਮਿਲਣ। ਪ੍ਰਾਨ ਹਾਨ ਤਬ ਲੋ ਹੋਏ ਜਾਤ। ਤੇ ਇੰਨੇ ਨੂੰ ਭੁੱਖਾ ਹੀ ਉਹ ਮਰ ਜਾਏ, ਉਹਦੇ ਪ੍ਰਾਣ ਨਿਕਲ ਜਾਣ, ਤੇ ਫਿਰ ਕੀ ਲਾਭ ਹੋਇਆ? ਸੋਨੇ ਦੇ ਭਾਂਡੇ ਖਬਰੇ ਮਿਲਦੇ ਕਿ ਨਹੀਂ ਮਿਲਦੇ, ਨਾ ਮਿਲੇ ਤੇ ਪਹਿਲਾਂ ਹੀ ਭੁੱਖਾ ਮਰ ਜਾਵੇ। ਬਿਨ ਤਿਸ ਮਿਲੇ ਨਾ ਭੋਜਨ ਖਾਤ। ਹੁਣ ਜਦੋਂ ਤੱਕ ਸੋਨੇ ਦੇ ਭਾਂਡੇ ਨਾ ਮਿਲਣ ਉਦੋਂ ਤੱਕ ਉਹ ਖਾਵੇ ਹੀ ਨਾ ਭੋਜਨ। ਦੂਸਰ ਛੁਦਤ ਆਹਾਰ ਨਿਹਾਰਾ। ਇੱਕ ਤਾਂ ਉਹ ਸੀ ਜਿਹੜੇ ਉਡੀਕਦੇ ਰਹੇ ਸੋਨੇ ਦੇ ਭਾਂਡੇ ਆਉਣਗੇ ਤੇ ਖਾਵਾਂਗੇ ਰੋਟੀ, ਨਾ ਸੋਨੇ ਦੇ ਭਾਂਡੇ ਆਏ, ਭੁੱਖ ਨਾਲ ਹੀ ਮਰ ਗਏ। ਪਰ ਇੱਕ ਦੂਜੇ ਬੰਦੇ ਵੀ ਸੀ ਨਾਲ, ਉਹਨਾਂ ਨੂੰ ਵੀ ਡਾਢੀ ਭੁੱਖ ਲੱਗੀ ਹੋਈ ਸੀ, ਉਹਨਾਂ ਨੇ ਭੋਜਨ ਵੇਖਿਆ। ਜਿਸ ਕਿਸ ਬਾਸਨ ਸੁਚ ਮੈਂ ਤਾਰਾ। ਉਹਨਾਂ ਨੂੰ ਭਾਵੇਂ ਮਿੱਟੀ ਦੇ ਭਾਂਡੇ ਮਿਲ ਜਾਣ ਤੇ ਭਾਵੇਂ ਤਾਂਬੇ ਦੇ, ਭਾਵੇਂ ਹੋਰ ਕਿਸੇ ਲੋਹੇ ਦੇ, ਉਹ ਵੇਖਦੇ ਵੀ ਭਾਂਡਾ ਸਾਫ਼ ਸੁਥਰਾ, ਸਾਫ਼ ਸਵੱਛ ਹੈ, ਉਹਦੇ 'ਚ ਉਹ ਪ੍ਰਸ਼ਾਦਾ ਪਾਉਂਦੇ ਨੇ ਤੇ ਛਕ ਲੈਂਦੇ ਨੇ, ਔਰ ਉਹ ਆਪਣਾ ਜੀਵਨ ਵਧੀਆ ਢੰਗ ਨਾਲ ਜੀਵਦੇ ਹਨ। ਅਚੇ ਆਨੰਦ ਹੋਏ ਕਰ ਜੀਵਤ। ਆਨੰਦ ਸਹਿ ਤੋਂ ਛਕ ਕੇ ਜੀਵਦੇ ਹਨ। ਸਰਬ ਪਾਤ ਕੋ ਸਮਰਥ ਥੀਵਤ। ਔਰ ਉਹ ਸਰਬ ਪ੍ਰਕਾਰ ਕਰਕੇ ਸਮਰੱਥ ਹੋ ਜਾਂਦੇ, ਬਲਵਾਨ ਹੋ ਜਾਂਦੇ ਹਨ। ਮਹਾ ਯਤਨ ਤੇ ਲੈ ਸੁਰਬਾਨੀ। ਹੁਣ ਜਿਹੜੀ ਤੁਹਾਡੀ ਹੈ ਸੰਸਕ੍ਰਿਤ, ਇਹ ਨੇ ਸੋਨੇ ਦੇ ਭਾਂਡੇ। ਗਿਆਨ ਜਿਹੜਾ ਹੈ ਉਹ ਭੋਜਨ ਹੈ। ਹੁਣ ਕਿੱਥੇ ਸੋਨੇ ਦੇ ਭਾਂਡਿਆਂ ਦੀ ਉਡੀਕ ਕਰੀਏ? ਪਹਿਲਾਂ ਸੰਸਕ੍ਰਿਤ ਪੜ੍ਹਨ ਵਾਸਤੇ 12 ਸਾਲ ਲੱਗਦੇ ਆ ਲਗਾਤਾਰ, ਜੇ ਪੂਰਨ ਤੌਰ ਤੇ ਸੰਸਕ੍ਰਿਤ ਦਾ ਮਾਸਟਰ ਬਣਨਾ। ਪਹਿਲਾਂ ਕਲਪ ਵਿਆਕਰਨ ਪੜ੍ਹਨਾ ਪੈਂਦਾ, ਨਿਰੁਕਤ ਪੜ੍ਹਨਾ ਪੈਂਦਾ, ਫਿਰ ਕਲਪ ਦਾ ਗਿਆਨ ਹੋਣਾ ਚਾਹੀਦਾ ਹੈ, ਫਿਰ ਜੋਤਿਸ਼ ਦਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜਾ ਕੇ ਕਿਤੇ ਸੰਸਕ੍ਰਿਤ ਆਉਂਦੀ। ਇੰਨੇ ਨੂੰ ਬੰਦੇ ਦੇ ਪ੍ਰਾਣ ਨਿਕਲ ਜਾਣ ਤੇ ਮਰ ਮੁੱਕ ਜਾਏ, ਕਦੋਂ ਸੋਨੇ ਦੇ ਭਾਂਡੇ ਆਏ ਤੇ ਕਦੋਂ ਰੋਟੀ ਖਾਧੀ। ਕਹਿੰਦੇ ਤੁਹਾਡੀ ਜਿਹੜੀ ਸੰਸਕ੍ਰਿਤ ਭਾਸ਼ਾ ਉਹ ਸੋਨੇ ਦੇ ਭਾਂਡਿਆਂ ਵਾਂਗੂ ਆ, ਖਬਰੇ ਆਉਣ ਕਿ ਨਾ ਆਉਣ, ਉਹ ਕਿਸੇ ਨੂੰ ਮਿਲ। ਜ਼ਰੂਰੀ ਤਾਂ ਨਹੀਂ ਵੀ ਸੋਨੇ ਦਾ ਭਾਂਡਾ ਹਰ ਇੱਕ ਨੂੰ, ਗਰੀਬ ਨੂੰ ਥੋੜੀ ਮਿਲਣਾ। ਹੁਣ ਸੰਸਕ੍ਰਿਤ ਭਾਸ਼ਾ ਵਿਚਾਰਾ ਕੋਈ ਸ਼ੂਦਰ ਨਹੀਂ ਪੜ੍ਹ ਸਕਦਾ, ਵੈਸ਼ ਨਹੀਂ ਪੜ੍ਹ ਸਕਦਾ, ਕੇਵਲ ਛਤਰੀ ਤੇ ਬ੍ਰਾਹਮਣ ਪੜ੍ਹ ਸਕਦੇ ਨੇ, ਸ਼ੂਦਰ ਵੈਸ਼ ਨੂੰ ਪੜ੍ਹਨ ਦਾ ਵੀ ਹੱਕ ਨਹੀਂ। ਇਸ ਕਰਕੇ ਤੁਹਾਡੀ ਜਿਹੜੀ ਇਹ ਸੰਸਕ੍ਰਿਤ ਭਾਸ਼ਾ ਹੈ, ਇਹਦੇ ਵਿੱਚ ਜਿਹੜਾ ਗਿਆਨ ਰੂਪੀ ਭੋਜਨ ਪਾ ਕੇ ਪਾਉਣਾ ਹੈ, ਤੇ ਉਹ ਸੰਸਕ੍ਰਿਤ ਭਾਸ਼ਾ ਸੋਨੇ ਦਾ ਭਾਂਡਾ, ਉਹ ਖਬਰੇ ਕਿਸੇ ਕੋਲ ਆਵੇ ਕਿ ਨਾ ਆਵੇ। ਪੁਨ ਹੰਕਾਰ ਹੋਤ ਉਰ ਆਨੀ। ਫਿਰ ਜੇ ਕਿਸੇ ਕੋਲ ਸੋਨੇ ਦਾ ਭਾਂਡਾ ਹੋਵੇ, ਰੋਟੀ ਖਾਂਦਾ ਹੋਵੇ ਨਾ, ਉਹਦੇ ਚੋਂ ਹੈਂਕੜ ਨਾਲ ਬਹਿ ਕੇ ਖਾਂਦਾ ਵੀ ਮੈਂ ਸੋਨੇ ਦੇ ਭਾਂਡੇ 'ਚ ਰੋਟੀ ਪਿਆ ਖਾਣਾ। ਇਸੇ ਤਰ੍ਹਾਂ ਜਿਹਨੂੰ ਸੰਸਕ੍ਰਿਤ ਆ ਜਾਏ ਨਾ, ਸੰਸਕ੍ਰਿਤ ਭਾਸ਼ਾ ਦਾ ਗਿਆਨੀ ਬਣ ਜਾਏ, ਉਹਦੇ ਕੋਲ ਗਿਆਨ ਤਾਂ ਆ ਜਾਂਦਾ ਹੈ, ਪਰ ਉਹ ਹੰਕਾਰੀ ਹੋ ਜਾਂਦਾ ਹੈ। ਉਹਦੇ ਵਿੱਚ ਹਉਮੈ ਆ ਜਾਂਦੀ, ਮੈਂ ਸੰਸਕ੍ਰਿਤ ਜਾਣਦਾ, ਮੈਂ ਸੰਸਕ੍ਰਿਤ ਦਾ ਮਹਾਨ ਮਾਰਤੰਡ ਵਿਦਵਾਨ ਆ। ਉਹਦੇ ਅੰਦਰ ਬੜਾ ਵੱਡਾ ਭਾਰੀ ਮਾਣ ਤੇ ਹੰਕਾਰ ਵੱਧ ਜਾਂਦਾ ਹੈ। ਸੋਈ ਭਗਤ ਗਿਆਨ ਵਿੱਚ ਭਾਖਾ। ਮਹਾਰਾਜ ਜੀ ਕਹਿੰਦੇ, ਭਾਈ ਮਾਧੋ ਜੀ ਕਹਿੰਦੇ, ਪੰਡਤ ਜੀ ਉਹੀ ਗਿਆਨ, ਬ੍ਰਹਮ ਗਿਆਨ ਜੋ ਭੋਜਨ ਹੈ, ਉਹ ਗੁਰੂਦੇਵ ਨੇ ਆਪਣੀ ਗੁਰਬਾਣੀ ਦੇ ਵਿੱਚ ਉਚਾਰਨ ਕਰ ਦਿੱਤਾ, ਸਰਲ ਭਾਸ਼ਾ ਵਿੱਚ, ਸੌਖੇ ਭਾਂਡੇ ਵਿੱਚ ਪਾ ਦਿੱਤਾ ਹੈ, ਜਿਹੜਾ ਭਾਂਡਾ ਹਰ ਇੱਕ ਦੀ ਪਹੁੰਚ ਵਿੱਚ ਹੋਵੇ।
ਸੋਨੇ ਦਾ ਭਾਂਡਾ ਤਾਂ ਕੋਈ ਅਮੀਰ ਹੀ ਲੈ ਸਕਦਾ, ਗਰੀਬ ਨਹੀਂ। ਪਰ ਗੁਰੂਦੇਵ ਨੇ ਐਸੇ ਭਾਂਡੇ 'ਚ ਗਿਆਨ ਪਾ ਦਿੱਤਾ ਗੁਰਬਾਣੀ ਦੇ ਕਿ ਕੋਈ ਵੀ ਇਹਦੇ ਤੱਕ ਪਹੁੰਚ ਸਕਦਾ, ਕੋਈ ਵੀ ਇਹਨੂੰ ਪ੍ਰਾਪਤ ਕਰ ਸਕਦਾ, ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਅਮੀਰ ਗਰੀਬ ਹੈ, ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਾਣੀ ਹੈ। ਹਾਂਜੀ, ਜਿਸ ਕੋ ਮੁਕਤ ਹੋਨ ਅਭਿਲਾਖਾ, ਇਹਦੇ ਮਨ ਵਿੱਚ ਮੁਕਤੀ ਦੀ ਅਭਿਲਾਖਾ ਹੈ। ਗੁਰਮਤਿ ਪਾਏ ਸੋ ਹੋਏ ਨਿਹਾਲ, ਉਹ ਗੁਰੂ ਦੀ ਮੱਤ ਪ੍ਰਾਪਤ ਕਰਕੇ ਨਿਹਾਲ ਹੋ ਜਾਂਦਾ ਹੈ। ਬ੍ਰਹਮ ਗਿਆਨ ਅਰ ਕ੍ਰਿਤ ਸਮਚਾਲ, ਬ੍ਰਹਮ ਗਿਆਨ ਜਿਹੜਾ ਹੈ ਉਹ ਘਿਓ ਦੇ ਸਮਾਨ ਹੈ। ਜਿਸ ਕਿਸ ਬਾਸਨ ਰਹੇ ਪੁਨੀਤ, ਹੁਣ ਘਿਓ ਜਿਹੜੇ ਮਰਜੀ ਭਾਂਡੇ 'ਚ ਪਾਇਆ ਹੋਵੇ ਉਹ ਪਵਿੱਤਰ ਹੀ ਰਹਿੰਦਾ, ਭਾਵੇਂ ਮਿੱਟੀ ਦੇ ਬਰਤਨ 'ਚ ਪਾਓ, ਭਾਵੇਂ ਸੋਨੇ ਦੇ ਭਾਂਡੇ 'ਚ ਪਾਓ। ਘੇ ਪੱਟ ਭਾਂਡਾ ਕਹੈ ਨਾ ਕੋਈ ਘਿਓ, ਕਿਸੇ ਵੀ ਭਾਂਡੇ 'ਚ ਪਿਆ ਹੋਵੇ ਕੋਈ ਇਹ ਨਹੀਂ ਕਹਿੰਦਾ ਪਵਿੱਤਰ ਹੈ, ਘਿਓ ਪਵਿੱਤਰ ਹੀ ਹੁੰਦਾ। ਕਹਿੰਦੇ ਇਸੇ ਤਰ੍ਹਾਂ ਜਿਹੜਾ ਬ੍ਰਹਮ ਗਿਆਨ ਦਾ ਘਿਓ ਹੈ ਨਾ, ਉਹ ਕਿਸੇ ਵੀ ਭਾਂਡੇ ਵਿੱਚ ਪਾਇਆ ਹੋਵੇ, ਭਾਵੇਂ ਸੁਰਬਾਣੀ ਦੇਵਬਾਣੀ ਸੰਸਕ੍ਰਿਤ 'ਚ ਪਾਇਆ ਹੋਵੇ ਤੇ ਭਾਵੇਂ ਗੁਰੂ ਕੀ ਬਾਣੀ ਵਿੱਚ ਪਾਇਆ ਹੋਵੇ, ਉਹਨੇ ਘਿਓ ਹੀ ਰਹਿਣਾ, ਉਹ ਘਿਓ ਹੀ ਬਣਿਆ ਰਹੇਗਾ। ਅੰਗੀਕਾਰੇ ਸਭ ਧਰ ਪ੍ਰੀਤ, ਉਸ ਘਿਓ ਨੂੰ ਪਵਿੱਤਰ ਜਾਣ ਕੇ ਸਾਰੇ ਉਹਨੂੰ ਅੰਗੀਕਾਰ ਕਰ ਲੈਂਦੇ ਨੇ, ਕਿਸੇ ਵੀ ਬਰਤਨ 'ਚ ਪਿਆ ਹੋਵੇ। ਤਿਮ ਕਿਸ ਜਾਤ ਬਰਨ ਕਿਸ ਹੋਏ, ਜਿਵੇਂ ਇਸੇ ਤਰ੍ਹਾਂ ਕਿਸੇ ਜਾਤ ਵਿੱਚ ਕਿਸੇ ਵਰਨ ਵਿੱਚ ਵੀ ਕੋਈ ਹੋਵੇ, ਬ੍ਰਹਮ ਗਿਆਨ ਲੈ ਬੁੱਧ ਸਭ ਕੋਏ, ਹਰ ਇੱਕ ਬੰਦਾ ਗੁਰੂ ਕੀ ਬਾਣੀ ਵਿੱਚੋਂ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ। ਸੁਰਬਾਨੀ ਤੁਮ ਪ੍ਰਥਮ ਵਿਚਾਰੋ, ਜਿਹੜੀ ਸੁਰਬਾਣੀ ਹੈ, ਫਿਰ ਮਹਾਰਾਜ ਜੀ ਭਾਈ ਮਾਧੋ ਜੀ ਕਹਿੰਦੇ ਸੁਣੋ ਇੱਕ ਹੋਰ ਗੱਲ ਹੈ, ਉਹ ਇਹ ਕਿ ਜਿਹੜੀ ਸੰਸਕ੍ਰਿਤ ਹੈ ਉਹ ਜਦੋਂ ਤੁਸੀਂ ਉਚਾਰਨ ਕਰਦੇ ਹੋ ਪਹਿਲਾਂ, ਪੁਨ ਪਾਖਾ ਮੈਂ ਅਰਥ ਉਚਾਰੋ, ਉਹਦੀ ਵੀ ਤਾਂ ਫਿਰ ਭਾਖਾ ਵਿੱਚ ਵਿਆਖਿਆ ਕਰਕੇ ਸੁਣਾਉਂਦੇ ਹੋ ਨਾ ਲੋਕਾਂ ਨੂੰ ਸਰਲ ਸ਼ਬਦਾਂ ਵਿੱਚ। ਸੰਸਕ੍ਰਿਤ ਤਾਂ ਨਹੀਂ ਸਿੱਧੀ ਸੁਣਾ ਦਿੰਦੇ, ਸੰਸਕ੍ਰਿਤ ਦਾ ਸ਼ਲੋਕ ਸਿੱਧਾ ਉਚਾਰਨ ਕਰਦੇ ਹੋ, ਥੋੜੀ ਕਿਸੇ ਨੂੰ ਸਮਝ ਆਉਣੀ ਹੈ, ਉਹਦੀ ਵਿਆਖਿਆ ਹੀ ਕਰਕੇ ਸਮਝਾਉਂਦੇ ਹੋ ਨਾ। ਤੇ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਵਿਆਖਿਆ ਰੂਪ ਗੁਰਬਾਣੀ ਉਚਾਰਨ ਕਰਕੇ ਸਾਰਿਆਂ ਨੂੰ ਸਮਝਾ ਦਿੱਤਾ। ਤੁਸੀਂ ਵੀ ਬਾਅਦ ਵਿੱਚ ਉਚਾਰਦੇ, ਉਹਨਾਂ ਨੇ ਪਹਿਲਾਂ ਹੀ ਮਹਾਰਾਜ ਜੀ ਨੇ ਵਿਆਖਿਆ ਕਰਕੇ ਉਚਾਰਨ ਕਰ ਦਿੱਤਾ ਗਿਆਨ। ਪਾਖਾ ਬਿਨ ਜੋ ਕਾਮ ਤੁਹਾਰਾ, ਜਿਹੜੀ ਦੇਸ਼ ਭਾਖਾ ਬੋਲੀ ਆ ਉਹਦੇ ਤੋਂ ਬਿਨਾਂ ਤੁਹਾਡਾ ਜਿਹੜਾ ਕੰਮ ਹੈ ਸੰਸਕ੍ਰਿਤ ਦਾ, ਪੂਰਨ ਭਇਓ ਨਾ ਲਿਓ ਵਿਚਾਰਾ, ਉਹ ਪੂਰਾ ਨਹੀਂ ਹੋ ਸਕਦਾ। ਤੁਹਾਡੀ ਸੰਸਕ੍ਰਿਤ ਨੂੰ ਵੀ ਭਾਸ਼ਾ ਦੇ ਵਿੱਚ ਉਚਾਰਨ ਕਰਨਾ ਪਵੇਗਾ। ਸਤਨਾਮ ਫਲਦਾਇਕ ਚਾਰ, ਗੁਰਮੁਖ ਸਿਮਰੇ ਹੋਏ ਉਧਾਰ, ਸੱਚਾ ਨਾਮ ਪਰਮੇਸ਼ਰ ਦਾ ਨਾਮ ਸਾਰੇ ਚਾਰ ਫਲਾਂ ਦਾ ਦਾਤਾ ਹੈ। ਇਸ ਕਰਕੇ ਗੁਰਮੁਖ ਨਾਮ ਜਪਦੇ ਨੇ ਤੇ ਉਹਨਾਂ ਦਾ ਉਧਾਰ ਹੁੰਦਾ ਹੈ। ਜਾਤ ਮਾਨ ਧਰ ਜਨਮ ਨ ਖੋਵੋ, ਤੁਸੀਂ ਆਪਣੀ ਬਰਾਦਰੀ ਦਾ ਆਪਣੀ ਜਾਤੀ ਦਾ ਮਾਣ ਧਾਰ ਕੇ ਕਿ ਅਸੀਂ ਬ੍ਰਾਹਮਣ ਆ, ਆਪਣਾ ਜਨਮ ਗਵਾਓ ਨਾ, ਆਪਣਾ ਜਨਮ ਵਿਅਰਥ ਨਾ ਗਵਾਓ। ਕਰੋ ਭਗਤ ਪ੍ਰਭ ਸਭ ਮੋ ਜੋਵੋ, ਰੱਬ ਦੀ ਭਗਤੀ ਕਰੋ ਪੰਡਤ ਜੀ, ਔਰ ਰੱਬ ਦੀ ਜੋਤ ਸਾਰਿਆਂ ਵਿੱਚ ਬਿਰਾਜਮਾਨ ਵੇਖੋ ਕਿ ਉਹ ਸਭ ਦੇ ਵਿੱਚ ਵਸਦੀ ਹੈ। ਨਿਰੰਕਾਰ ਦੀ ਜੋਤ ਸਾਰਿਆਂ ਵਿੱਚ ਬਿਰਾਜਮਾਨ ਹੈ। ਕੈ ਪੰਡਤ ਹਮ ਭਾਖਾ ਕੈ, ਅੱਗੋਂ ਪੰਡਤ ਬੋਲੇ, ਕਹਿਣ ਲੱਗੇ ਜੀ ਅਸੀਂ ਜਿਹੜੀ ਭਾਖਾ ਉਚਾਰਨ ਕਰਦੇ ਹਾਂ, ਮੂੜਨ ਸਮਝਾਵਨ ਕੋ ਚੈ, ਉਹ ਅਸੀਂ ਮੂਰਖਾਂ ਨੂੰ ਸਮਝਾਉਣ ਵਾਸਤੇ ਅਰਥ ਕਰਦੇ ਹਾਂ। ਉਦਾਂ ਤਾਂ ਸਿੱਧੇ ਸ਼ਲੋਕ ਹੀ ਉਚਾਰਦੇ ਹਾਂ, ਪਰ ਜਿਹੜਾ ਕੋਈ ਮੂਰਖ ਹੋਵੇ ਉਹਨੂੰ ਸਮਝਾਉਣ ਵਾਸਤੇ ਅਸੀਂ ਉਹਦੇ ਅਰਥ ਕਰਕੇ ਸੁਣਾਉਂਦੇ ਹਾਂ। ਸੁਨ ਮਾਧੋ ਨੇ ਫੇਰ ਬਖਾਨਾ, ਸੁਣ ਕੇ ਭਾਈ ਮਾਧੋ ਜੀ ਫੇਰ ਬੋਲੇ, ਪਾਰ ਬ੍ਰਹਮ ਕਰਤਾਰ ਮਹਾਨਾ, ਇਹ ਅਕਾਲ ਪੁਰਖ ਵਾਹਿਗੁਰੂ ਕਰਤਾਰ ਪਰਮੇਸ਼ਰ, ਜਿਸ ਕੇ ਸਵਾਸ ਵੇਦ ਸਭ ਜੋਵਾ, ਇਹ ਜਿੰਨੇ ਵੇਦ ਸ਼ਾਸਤਰ ਨੇ ਉਹਦੇ ਸਵਾਸ ਮੰਨੇ ਜਾਂਦੇ ਨੇ। ਸੋ ਸਰੂਪ ਸ਼੍ਰੀ ਨਾਨਕ ਹੋਆ, ਉਸੇ ਅਕਾਲ ਪੁਰਖ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ, ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਰੂਪ ਹੋ ਕੇ ਅਕਾਲ ਪੁਰਖ ਜੀ ਪ੍ਰਗਟ ਹੋਏ। ਕਲ ਮੈਂ
ਕਲ ਮੈਂ ਮਤ ਬਹੀਨ ਨਰ ਜਾਣੇ ਕਲਯੁਗ ਦੇ ਬੰਦੇ ਜਿਹੜੇ ਮਤ ਤੋਂ ਵਿਹੂਣੇ ਗੁਰੂ ਨਾਨਕ ਸਾਹਿਬ ਨੇ ਵੇਖੇ, ਪਾਖਾ ਵਿਖੇ ਕਯੋ ਕਲਿਆਣੇ ਉਹਨਾਂ ਦੀ ਕਲਿਆਣ ਵਾਸਤੇ ਗੁਰਦੇਵ ਨੇ ਫਿਰ ਗੁਰਬਾਣੀ ਉਚਾਰਨ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਗੁਰੂ ਸ਼ਬਦ ਤੇ ਹੋਏ ਮਨ ਨੀਵਾ ਗੁਰੂ ਦੇ ਸ਼ਬਦ ਨੂੰ ਸੁਣ ਕੇ ਉਹਨਾਂ ਦਾ ਮਨ ਨੀਵਾ ਹੁੰਦਾ ਹੈ। ਸੰਸਕ੍ਰਿਤ ਤੇ ਮਾਨ ਬਧੀਵਾ ਪਰ ਜਿਹੜਾ ਸੰਸਕ੍ਰਿਤ ਹੈ ਇਹਨੂੰ ਪੜ੍ਹ ਕੇ ਮਾਣ ਵੱਧਦਾ, ਹੰਕਾਰ ਵੱਧਦਾ ਹੈ। ਜਿਨ ਮਾਨਾ ਸ਼੍ਰੀ ਸਤਿਗੁਰ ਬਾਣੀ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਮੰਨਿਆ ਹੈ, ਸਰਬ ਸ਼ਕਤ ਜੁਤ ਭੇ ਬ੍ਰਹਮ ਗਿਆਨੀ ਉਹ ਸਾਰੇ ਸ਼ਕਤੀਆਂ ਸਮੇਤ ਬ੍ਰਹਮ ਗਿਆਨੀ ਹੋ ਨਿਬੜੇ ਹਨ। ਦੇਸ਼ ਵਿਦੇਸ਼ਨ ਮੈਂ ਵਿਦਤਾਏ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਬਿਦਤ ਤੇ ਪ੍ਰਗਟ ਹੋਏ ਨੇ। ਛਪੇ ਨਹੀਂ ਉਬਰੇ ਉਹ ਸਮੁਦਾਏ ਲੁਕੇ ਨਹੀਂ ਰਹੇ, ਸਾਰੇ ਪਾਸੇ ਵਿਦਤ ਹਨ, ਪ੍ਰਗਟ ਹਨ। ਇਤਿਆਦਕ ਕਹਿ ਬਹੁ ਸਮਝਾਏ ਇਤਿਆਦਕ ਬਹੁਤ ਸਾਰੀਆਂ ਦਲੀਲਾਂ ਦੇ ਦੇ ਕੇ ਭਾਈ ਮਾਧੋ ਨੇ ਨਾ ਬ੍ਰਾਹਮਣਾਂ ਨੂੰ ਸਮਝਾਇਆ ਹੈ। ਬਚਨ ਪ੍ਰਤਾਪ ਭਏ ਸਿੱਖ ਆਏ ਔਰ ਕਹਿੰਦੇ ਇਹੋ ਜਿਹਾ ਪ੍ਰਭਾਵ ਪਿਆ ਭਾਈ ਮਾਧੋ ਦੇ ਬਚਨਾਂ ਦਾ ਇਹਨਾਂ ਤੇ ਕਿ ਭਾਈ ਮਾਧੋ ਦੇ ਬਚਨਾਂ ਦੇ ਪ੍ਰਤਾਪ ਨਾਲੇ ਬ੍ਰਾਹਮਣ ਵੀ ਆ ਕੇ ਗੁਰੂ ਘਰ ਦੇ ਸਿੱਖ ਬਣ ਗਏ। ਇਹ ਕਸ਼ਮੀਰੀ ਪੰਡਤ ਵੀ ਗੁਰੂ ਘਰ ਦੇ ਸਿੱਖ ਬਣੇ। ਉਹਨਾਂ ਹੀ ਕਸ਼ਮੀਰੀ ਪੰਡਤਾਂ ਦੀ ਅੱਗੇ ਪਰੰਪਰਾ ਚੱਲਦੀ ਆਉਂਦੀ ਹੈ। ਹੁਣ ਵੀ ਕਸ਼ਮੀਰ ਦੇ ਇਲਾਕੇ ਦੇ ਕਸ਼ਮੀਰੀ ਸਿੱਖ ਕਹਾਉਂਦੇ ਨੇ, ਜਿਨ੍ਹਾਂ ਵਿੱਚੋਂ ਇੱਕ ਮਹਾਨ ਬਾਰਤੰਡ ਵਿਦਵਾਨ ਹੋਏ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ। ਇਹ ਬੁੱਢੇ ਦਲ ਦੇ ਨਿਹੰਗ ਸਿੰਘ ਸਨ। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜ਼ੁਬਾਨੀ ਇਹਨਾਂ ਨੂੰ ਕੰਠ ਸੀ ਔਰ 20 ਸਾਲ ਦੀ ਭਾਰੀ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਤੁਕ ਤਤਕਰਾ ਅਕਾਲੀ ਕੌਰ ਸਿੰਘ ਜੀ ਨੇ ਤਿਆਰ ਕੀਤਾ ਸੀ, ਜਿਨ੍ਹਾਂ ਦੇ ਨਾਂ ਤੇ ਆਪਣੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਲਾਇਬ੍ਰੇਰੀ ਚੱਲਦੀ ਹੈ। ਕਿਉਂਕਿ ਅਕਾਲੀ ਕੌਰ ਸਿੰਘ ਜੀ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹੀ ਇੱਥੇ ਪ੍ਰਾਣ ਤਿਆਗੇ ਸਨ। ਸਰੀਰ ਦਾ ਉਹਨਾਂ ਦਾ ਅੰਤਮ ਸੰਸਕਾਰ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੀ ਕਿਤੇ ਹੋਇਆ ਸੀ। ਤੋ ਉਹ ਕਸ਼ਮੀਰੀ ਜਿਹੜੇ ਪੰਡਤ ਸਨ ਉਹਨਾਂ ਦੀ ਅੱਗੇ ਅੰਸ਼ ਵੰਸ਼ ਵਿੱਚੋਂ ਸਨ। ਤੋ ਭਾਈ ਮਾਧੋ ਜੀ ਨੇ ਜਾਗ ਲਾਈ ਉਸ ਇਲਾਕੇ ਵਿੱਚ। ਕਥਾ ਕੀਰਤਨ ਦੋਨੋਂ ਕਾਲ ਦੋਵੇਂ ਵੇਲੇ ਸਵੇਰੇ ਸ਼ਾਮ ਭਾਈ ਮਾਧੋ ਜੀ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਨੇ। ਸੁਨੇ ਕਰੇ ਧਰ ਪ੍ਰੇਮ ਵਿਸਾਲ ਬੜੇ ਭਾਰੀ ਵਿਸ਼ਾਲ ਪ੍ਰੇਮ ਨੂੰ ਧਾਰਨ ਕਰਕੇ ਸਿੱਖ ਉਹਨਾਂ ਕੋਲੋਂ ਸੁਣਦੇ ਹਨ। ਧਰਮਸਾਲਪੁਰ ਵਿਖੇ ਬਣਾਈ ਭਾਈ ਮਾਧੋ ਜੀ ਨੇ ਇੱਕ ਗੁਰੂ ਘਰ ਦੀ ਸਥਾਪਨਾ ਨਗਰ ਵਿੱਚ ਕੀਤੀ ਹੈ। ਸੇਵੇਂ ਸਤ ਸੰਗਤ ਸਮੁਦਾਈ ਬਹੁਤ ਸਾਰੀ ਸੰਗਤ ਗੁਰੂ ਘਰ ਵਿੱਚ ਹਾਜ਼ਰੀ ਭਰਦੀ ਸੇਵਾ ਕਰਦੀ ਹੈ। ਸਿੱਖਨ ਸੇਵੋ ਹੋਨ ਤਬ ਲਾਗੀ ਇਸੇ ਤਰ੍ਹਾਂ ਗੁਰਸਿੱਖਾਂ ਦੇ ਜਿੱਥੇ ਪਹਿਲਾਂ ਸਿੱਖਾਂ ਤੇ ਲੋਕ ਤਰਕ ਕਰਦੇ ਸੀ, ਉੱਥੇ ਹੁਣ ਸਿੱਖਾਂ ਦੀ ਪੂਜਾ ਹੋਣ ਲੱਗ ਪਈ। ਉਸ ਨਗਰ ਵਿੱਚ ਸਿੱਖਾਂ ਦਾ ਸਤਿਕਾਰ ਹੋਣ ਲੱਗ ਪਿਆ ਪਏ ਗੁਰੂ ਪਦ ਕੇ ਅਨੁਰਾਗੀ ਔਰ ਗੁਰੂ ਚਰਨਾਂ ਦੇ ਸਭ ਅਨੁਰਾਗੀ ਪ੍ਰੇਮੀ ਬਣ ਗਏ। ਲੈ ਗੁਰਕਾਰ ਦਰਸ ਕੋ ਆਵੇ ਦਸਵੰਧ ਦੀ ਮਾਇਆ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਸਿੱਖ ਆਉਂਦੇ ਨੇ ਹੋਤ ਨਿਹਾਲ ਪਰਮ ਸੁਖ ਪਾਵੇ ਔਰ ਨਿਹਾਲ ਹੁੰਦੇ ਪਰਮ ਸੁਖ ਪ੍ਰਾਪਤ ਕਰਦੇ ਨੇ। ਇਮ ਸਿੱਖੀ ਬਿਥਰੀ ਕਸ਼ਮੀਰ ਸਿਮਰੈ ਸਤ ਨਾਮ ਧਰ ਧੀਰ। ਇਸ ਤਰ੍ਹਾਂ ਗੁਰੂ ਕੀ ਸਿੱਖੀ ਕਸ਼ਮੀਰ ਦੇ ਇਲਾਕੇ ਵਿੱਚ ਵਿਸਤ੍ਰਿਤ ਹੋਈ। ਅਨੇਕਾਂ ਪ੍ਰਾਣੀ ਸੱਚੇ ਨਾਮ ਦਾ ਜਾਪ ਜਪਦੇ ਨੇ, ਜਪਾਉਂਦੇ ਨੇ।